ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਲੜੀਵਾਰ ਅੱਜ ਆਪਣੇ ਪ੍ਰੋਗਰਾਮ ਦੇ ਚੌਥੇ ਦਿਨ ਸਮਝਣ ਦਾ ਯਤਨ ਕਰ ਰਹੇ ਹਾਂ ਇੱਕ ਟੌਪਿਕ ਜਿਸ ਦਾ ਨਾਂ ਹੈ ਰਾਮਕਲੀ ਸੱਤ। ਜੋ ਅਸੀਂ ਉਸ ਨੂੰ ਗਹਿਰਾਈ 'ਚ ਸਮਝ ਰਹੇ ਹਾਂ, ਉਸ ਦੀਆਂ ਹੁਣੇ ਟਰਮਸ ਨੂੰ ਹੀ ਅਸੀਂ ਸਮਝ ਰਹੇ ਹਾਂ, ਤਾਂ ਕਿ ਰਾਮਕਲੀ ਸੱਤ ਦੇ ਅੰਦਰ ਮਨੁੱਖ ਦੀ ਸਾਈਕੀ ਨੂੰ ਐਨਹਾਂਸ ਕਰਕੇ, ਉਸ ਨੂੰ ਚੁੱਕ ਕੇ, ਉਸ ਨੂੰ ਐਲੀਵੇਟ ਕਰਕੇ, ਉਹਦੇ ਅਵਤਰਨ ਹੋਏ ਡਿੱਗੇ ਹੋਏ ਆਚਰਣ ਨੂੰ ਉੱਚਿਆਂ ਕਰਕੇ ਰੱਬ ਜੀ ਨਾਲ ਇੱਕਮਿਕਤਾ ਬਾਰੇ ਜੋ ਸਿਖਾਇਆ ਜਾ ਰਿਹਾ, ਉਸ ਪੂਰੀ ਕੈਮਿਸਟਰੀ ਨੂੰ ਸਮਝ ਸਕੀਏ ਕਿ ਗੁਰੂ ਪਾਤਸ਼ਾਹ ਨੇ ਕਿਸ ਤਰ੍ਹਾਂ ਇਨਸਾਨ ਨੂੰ ਸਮਝਾਇਆ ਹੈ। ਕੱਲ੍ਹ ਇੱਕ ਮਨੁੱਖ ਨੇ ਮੈਨੂੰ ਕਿਹਾ, ਮੈਨੂੰ ਇੰਝ ਲੱਗਦਾ ਸ਼ਾਇਦ ਉਹਨਾਂ ਦਾ ਕੰਪਲੀਮੈਂਟ ਸੀ, ਮੈਨੂੰ ਕਹਿੰਦੇ ਆ ਕਿ ਮੈਂ ਸਾਈਕੋਲੋਜੀ ਪੜ੍ਹਿਆ ਹੋਇਆ, ਸਾਈਕੋਲੋਜੀ ਦੀ PhD ਕੀਤੀ ਹੋਈ ਹੈ, ਤੁਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਐਕਸਪਲੇਨ ਕਰਦੇ ਹੋ ਤਾਂ ਐਂ ਲੱਗਦਾ ਤੁਸੀਂ ਸਾਈਕੋਲੋਜੀ ਪੜ੍ਹੇ ਹੋਏ ਹੋ। ਤਾਂ ਮੈਂ ਉਹਨੂੰ ਬੇਨਤੀ ਕੀਤੀ ਕਿ ਮੈਂ ਸਾਈਕੋਲੋਜੀ ਨਹੀਂ ਪੜ੍ਹਿਆ ਹਾਂ। ਦਰਅਸਲ ਗੁਰੂ ਸਾਹਿਬ ਦੀ ਬਾਣੀ ਅੰਦਰ ਇਹ ਵਿਲੱਖਣਤਾ ਹੈ, ਗ੍ਰੇਟਨੈਸ ਹੈ ਕਿ ਉਹ ਮਨੁੱਖ ਨੂੰ ਆਪਣੀ ਸਾਈਕੀ ਸਮਝਣ ਬਾਰੇ ਹੈਲਪ ਕਰਦੇ ਨੇ, ਆਪਣੇ ਆਪ ਨੂੰ ਸਮਝਣਾ, ਆਪਣੀ ਪੜਚੋਲ ਕਰਨੀ, ਆਪਣੇ ਥਾਟ ਪ੍ਰੋਸੈਸ ਨੂੰ ਸਮਝਣਾ। ਸੋ ਰਾਮਕਲੀ ਸੱਤ ਬਾਰੇ ਹੁਣੇ ਅਸੀਂ ਵਿਚਾਰ ਹੀ ਕਰ ਰਹੇ ਹਾਂ, ਤਾਂ ਮੈਂ ਇਤਨੀ ਬੇਨਤੀ ਕਰਨਾ ਚਾਹੁੰਦਾ ਕਿ ਰਾਮਕਲੀ ਸੱਤ ਗੁਰਮਤ ਦੀ ਫਿਲਾਸਫੀ ਦਾ ਇੱਕ ਬੜਾ ਕੀਮਤੀ ਪਹਿਲੂ ਹੈ, ਕੀਮਤੀ ਅੰਗ ਹੈ, ਜਿਹਦੇ ਨਾਲ ਰੱਬ ਨਾਲ ਜੀਂਦੇ ਜੀ ਇੱਕਮਿਕਤਾ ਦੀ ਅਵਸਥਾ ਸਿਖਾਈ ਗਈ ਹੈ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਨੂੰ ਅਸੀਂ ਵਿਚਾਰ ਕੇ ਸਮਝ ਸਕੀਏ। ਸੋ ਕੱਲ੍ਹ ਤੱਕ ਅਸੀਂ ਜਿੱਥੇ ਤੱਕ ਸਮਝੇ ਸੀ ਕਿ ਜਿਸ ਮਨੁੱਖ ਦਾ ਮਨ ਆਪਣੇ ਵਾਸਤੇ ਜੀਵਤਿਆਂ ਮਰ ਰਹੀ ਦੀ ਅਵਸਥਾ ਲੈ ਕੇ ਆਪਣਾ ਕਿਰਿਆ ਕਰਮ ਜੀਂਦੇ ਜੀ ਜਦੋਂ ਕਰਦਾ ਹੈ, ਉਸ ਨੂੰ ਨਾਨਕ ਪਿੰਡ ਬਖਸ਼ੀਸ਼ ਕਾ ਕਬਹੂ ਨਿਖੁੱਟਸ ਨਾਏ ਵਾਲਾ ਧਨ ਭਾਵ ਭੋਜਨ, ਭਾਵ ਆਤਮਕ ਭੋਜਨ, ਭਾਵ ਸੰਤੋਖ ਦਾ ਭੋਜਨ ਪ੍ਰਾਪਤ ਹੁੰਦਾ ਹੈ। ਇਹ ਭੋਜਨ ਉਹਦਾ ਕਦੇ ਮੁੱਕਦਾ ਨਹੀਂ ਹੈ। ਔਰ ਇਸ ਦੇ ਵਾਸਤੇ ਅਸੀਂ ਕੱਲ੍ਹ ਸ਼ਬਦ ਪੜ੍ਹਿਆ ਸੀ, ਖਾਵੇਂ ਖਰਚੇ ਰਲ ਮਿਲ ਪਾਈ, ਖਾਵੇਂ ਖਰਚੇ ਰਲ ਮਿਲ ਪਾਈ, ਟੋਟ ਨ ਆਵੇ ਵਧਦੋ ਜਾਈ, ਟੋਟ ਨ ਆਵੇ ਵਧਦੋ ਜਾਈ, ਹਮ ਧਨਵੰਤ ਭਗਤ ਸਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ, ਹਰ ਗੁਣ ਗਾਵੇ ਸਹਿਜ ਸੁਭਾਏ। ਉਹ ਆਪਣੇ ਪਿਉ ਦਾਦੇ ਦੇ ਖਜ਼ਾਨੇ ਨੂੰ ਖੋਲ੍ਹਦਾ ਹੈ। ਇਸ ਸ਼ਬਦ ਵਿੱਚ ਕਹਿੰਦੇ ਨੇ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਧਾਨਾ। ਨਿਧਾਨਾ ਮੀਨਸ ਮੇਰਾ ਮਨ ਨਿਧਾਨ ਪ੍ਰਾਪਤ ਕਰਕੇ, ਖਜ਼ਾਨਾ ਪ੍ਰਾਪਤ ਕਰਕੇ ਸਹੀ ਮਾਇਨੇ ਵਿੱਚ ਅਮੀਰ ਹੋ ਗਿਆ। ਗੁਰਮਤਿ 'ਚ ਅਮੀਰ ਕਿਹਨੂੰ ਕਹਿੰਦੇ ਨੇ? ਜਿਨਕੈ ਪੱਲੇ ਧਨ ਵਸੈ ਤਿਨਕਾ ਨਾਉ ਫਕੀਰ। ਜਿਨ੍ਹਾਂ ਕੋਲ ਦੁਨਿਆਵੀ ਧਨ ਹੁੰਦਾ, ਗੁਰੂ ਸਾਹਿਬ ਉਹਨਾਂ ਨੂੰ ਕਹਿੰਦੇ ਨੇ ਉਹ ਫਕੀਰ ਨੇ, ਉਹ ਫੱਕੜ ਨੇ। ਅੱਛਾ ਗੁਰੂ ਪਾਤਸ਼ਾਹ, ਫਿਰ ਤੁਸੀਂ ਕਿਸ ਨੂੰ ਅਮੀਰ ਕਹਿੰਦੇ ਹੋ? ਕਹਿੰਦੇ ਜਿਨਕੈ ਪੱਲੇ ਤੂੰ ਵਸੈ। ਤੂੰ ਮਤਲਬ ਰੱਬ ਜੀ, ਰੱਬ ਜੀ ਮਤਲਬ ਰੱਬ ਜੀ ਦੇ ਗੁਣ, ਡਿਵਾਈਨ ਕੁਆਲਿਟੀਜ਼ ਵਾਲੀ ਹੈਬਿਟਸ। ਜਿਨਕੈ ਪੱਲੇ ਤੂੰ ਵਸੈ ਤੇ ਨਰ ਗੁਣੀ ਗਹੀਰ, ਉਹ ਅਸਲੀ ਅਮੀਰ ਹੋ ਜਾਂਦੇ ਨੇ ਜਿਨ੍ਹਾਂ ਦੇ ਕੋਲ ਰੱਬੀ ਗੁਣ ਹੁੰਦੇ ਨੇ। ਔਰ ਰੱਬੀ ਗੁਣ ਜਿਤਨੇ ਵਰਤੋ ਇਹ ਵੱਧਦੇ ਨੇ।
ਮੇਰੇ ਕੋਲ ਪੈਸੇ ਹੋਣ ਮੈਂ ਕਿਸੇ ਨਾਲ ਵੰਡ ਕੇ ਛਕਾਂ ਤਾਂ ਮੇਰੇ ਪੈਸੇ ਘਟ ਜਾਣਗੇ। ਮੇਰੇ ਕੋਲ ਭੋਜਨ ਹੋਵੇ ਮੈਂ ਕਿਸੇ ਨਾਲ ਵੰਡ ਛਕਾਂ ਉਹ ਘਟ ਸਕਦਾ ਹੈ। ਪਰ ਆਤਮਿਕ ਜਿਹੜੇ ਰੱਬੀ ਗੁਣ ਹੁੰਦੇ ਨੇ ਇਹ ਘਟਦੇ ਨਹੀਂ ਨੇ। ਇਹ ਜਿਤਨੇ ਲੋਕਾਂ ਨਾਲ ਵਰਤੋ ਉਤਨੇ ਵੱਧਦੇ ਨੇ। ਉਹਦੇ ਨਾਲ ਕੀ ਬਣਦਾ ਹੈ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਬਣਦੇ ਹਾਂ ਅਸੀਂ। ਉਹਦੇ ਨਾਲ ਕੀ ਹੁੰਦਾ ਹੈ, ਅਸੀਂ ਆਪਣੇ ਚਾਰੋਂ ਪਾਸੇ ਸਮਾਜ ਦੇ ਅੰਦਰ ਡਿਵਾਈਨ ਕੁਆਲਿਟੀਜ਼ ਨਾਲ ਜੀਂਦੇ ਹਾਂ ਔਰ ਲੋਕਾਂ ਨੂੰ ਵੀ ਡਿਵਾਈਨ ਕੁਆਲਿਟੀਜ਼ ਦੇ ਨਾਲ ਜੋੜਦੇ ਹਾਂ ਤਾਂ ਕਿ ਸਾਰਾ ਸਮਾਜ ਵਿੱਚ ਲੋਕੀ ਸਪਿਰਿਚੁਅਲ ਬਣ ਸਕਣ, ਆਪਸੀ ਭਾਈਚਾਰਾ ਵਧੇ, ਸਮਾਜ ਉੱਚਾ ਹੋਵੇ। ਜਿਸ ਦੇ ਇਹ ਗੁਣ ਵੱਧਦੇ ਨੇ ਉਹ ਖਾਵੈ ਖਰਚੈ ਰਲ ਮਿਲ ਪਾਈ, ਤੋਟ ਨਾ ਆਵੈ, ਉਹਦੇ ਤੋਟ ਨਹੀਂ ਆਉਂਦੀ ਹੈ। ਸੋ ਅਸੀਂ 2 ਦਿਨ ਤੋਂ ਸ਼ਬਦ ਪੜ੍ਹ ਰਹੇ ਸਾਂ, ਤੋਟ ਨਾ ਆਉਣ ਵਾਲੇ ਭੋਜਨ ਨੂੰ ਪ੍ਰਾਪਤ ਕਰਨਾ ਪਿੰਡ ਕਹਿਲਾਂਦਾ ਹੈ। ਮਰਨ ਤੋਂ ਬਾਅਦ ਪਿੰਡ ਬਣਾਉਂਦੇ ਸਨ, ਪਿੰਡ ਕਹਿਲਾਂਦਾ ਹੈ। ਮਰਨ ਤੋਂ ਬਾਅਦ ਮਨੁੱਖ ਦੇ ਹੱਥ 'ਤੇ ਦੀਵਾ ਰੱਖਦੇ ਸਨ, ਸ਼ਾਇਦ ਕਈ ਲੋਕੀ ਅੱਜ ਵੀ ਰੱਖਦੇ ਹੋਣ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮੈਂ ਮਰਨ ਤੋਂ ਬਾਅਦ ਦੀਵਾ ਨਹੀਂ ਰੱਖਣਾ ਚਾਹੁੰਦਾ, ਕਿਉਂਕਿ ਮੈਂ ਮਰਨ ਤੋਂ ਬਾਅਦ ਵਾਲੇ ਜਾਂ ਪੈਂਡੇ ਮਹਾਂਦ ਗੁਬਾਰਾ, ਜਿਹਨੂੰ ਦੁਨੀਆ ਮਰਨ ਤੋਂ ਬਾਅਦ ਮਹਾਂਦ ਗੁਬਾਰਾ ਸਮਝਦੀ ਹੈ, ਤਰਣੀ ਨਦੀ ਹੈ, ਹਨੇਰਾ ਹੈ, ਉੱਥੇ ਕੰਢੇ ਹੋਣਗੇ, ਉੱਥੇ ਦੀਵਾ ਲੈ ਕੇ ਜਾਣਾ ਪਏਗਾ। ਮੈਂ ਆਪਣੇ ਜੀਵਨ ਵਿੱਚ ਜਾਂ ਪੈਂਡੇ ਮਹਾਂਦ ਗੁਬਾਰਾ ਮੇਰੇ ਜੀਵਨ ਵਿੱਚ ਪਲ ਪਲ ਕਿਵੇਂ ਜੀਵੀਦਾ ਉਹਦੇ ਵਾਸਤੇ ਮੈਂ ਦੀਵਾ ਮੇਰਾ ਇੱਕ ਨਾਮ ਦਾ ਚਾਨਣ ਕਰਦਾ ਹਾਂ। ਪਰ ਜਿਉਂ-ਜਿਉਂ ਗਿਆਨ ਦਾ ਚਾਨਣ ਕਰਦਾ ਹਾਂ ਸੰਤੋਖੀ ਹੁੰਦਾ ਜਾਂਦਾ। ਉਹ ਨਾਨਕ ਪਿੰਡ ਬਖਸ਼ੀਸ਼ ਕਾ ਉਸ ਸ਼ਬਦ ਦਾ ਰਿਜ਼ਲਟ ਨਿਕਲਿਆ, ਕਬਹੂ ਨਿਖੁੱਟਸ ਨਾਇਓ ਘਟਦਾ ਨਹੀਂ ਹੈ। ਕਿਹਨੇ ਦਿੱਤਾ ਹੈ ਖਜ਼ਾਨਾ? ਕਿਹੜਾ ਖਜ਼ਾਨਾ? ਰੱਬੀ ਗੁਣਾਂ ਦਾ ਪ੍ਰਾਪਤ ਹੁੰਦਾ ਹੈ ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਖਾਵੋ ਖਰਚੋ ਤੋਟ ਨਾ ਆਵੈ, ਖਾਵੋ ਖਰਚੋ ਤੋਟ ਨਾ ਆਵੈ, ਹਲਤ ਪਲਤ ਕੈ ਸੰਗੇ, ਹਲਤ ਪਲਤ ਕੈ ਸੰਗੇ, ਲਾਦ ਖਜ਼ਾਨਾ ਗੁਰ ਨਾਨਕ ਕੋ ਦਿਆ, ਲਾਦ ਖਜ਼ਾਨਾ ਗੁਰ ਨਾਨਕ ਕੋ ਦਿਆ, ਇਹ ਮਨ ਹਰ ਰੰਗ ਰੰਗੇ, ਇਹ ਮਨ ਹਰ ਰੰਗ ਰੰਗੇ, ਖਾਵੋ ਖਰਚੋ ਤੋਟ ਨਾ ਆਵੈ, ਹਲਤ ਪਲਤ ਕੈ ਸੰਗੇ, ਹਲਤ ਪਲਤ ਕੈ ਸੰਗੇ। ਹਲਤ ਪਲਤ ਮਤਲਬ ਅੰਦਰੋਂ ਬਾਹਰੋਂ, ਇੱਥੇ ਉੱਥੇ, ਆਗੇ ਪਾਛੇ, ਸਭ ਜਗ੍ਹਾ, ਮੁਸ਼ਕਿਲ ਵੇਲੇ, ਸੁੱਖ ਵੇਲੇ, ਦੁੱਖ ਵੇਲੇ, ਹਰ ਵੇਲੇ ਇਹ ਰੱਬੀ ਗੁਣ ਕੰਮ ਆਉਂਦੇ ਨੇ, ਸਹਾਈ ਹੁੰਦੇ ਨੇ, ਸਭ ਜਗ੍ਹਾ ਨਾਲ ਚੱਲਦੇ ਨੇ। ਸੱਜਣ ਸੀ ਨਾਲ ਮੈਂ ਚਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਿਸਣ। ਚੰਗੇ ਗੁਣ ਕੰਮ ਆਉਂਦੇ ਨੇ, ਚੰਗੇ ਗੁਣ ਸੱਜਣ ਹੁੰਦੇ ਨੇ, ਚੰਗੇ ਗੁਣ ਬੈਸਟ ਫਰੈਂਡਸ ਹੁੰਦੇ ਨੇ, ਚੰਗੇ ਗੁਣ ਰੱਬੀ ਗੁਣ ਹੁੰਦੇ ਨੇ, ਚੰਗੇ ਗੁਣ ਹੀ ਅਸਲੀ ਮਿੱਤਰ ਸੱਜਣ ਹੁੰਦੇ ਨੇ ਜੋ ਸਭ ਜਗ੍ਹਾ ਕੰਮ ਆਉਂਦੇ ਨੇ। ਚੰਗੇ ਗੁਣਾਂ ਨੂੰ ਆਈਡੀਅਲਸ ਕਹਿੰਦੇ ਨੇ, ਮੋਰਲਸ ਕਹਿੰਦੇ ਨੇ, ਉਹਨਾਂ ਨਾਲ ਜੀਣਾ ਮੋਰੈਲਿਟੀ ਕਹਿਲਾਉਂਦਾ ਹੈ, ਵਰਚੂਜ਼ ਨਾਲ ਜੀਣਾ ਕਹਿਲਾਉਂਦਾ ਹੈ। ਇਹ ਗੱਲਾਂ ਮੈਂ ਬਾਰ-ਬਾਰ ਰਿਪੀਟ ਕਰਦਾ ਹਾਂ ਤਾਂ ਕਿ ਅਨੇਕਾਂ ਟਰਮਸ ਨੇ ਪਰ ਉਹਨਾਂ ਦਾ ਭਾਵ ਅਰਥ ਕੀ ਹੁੰਦਾ ਹੈ। ਗੋਡ ਦੀ ਜਿਹੜੀਆਂ ਕੁਆਲਿਟੀਜ਼ ਨੇ, ਰੱਬੀ ਜਿਹੜੇ ਗੁਣ ਨੇ, ਉਹਨਾਂ ਨਾਲ ਜਦੋਂ ਅਸੀਂ ਜੀਂਦੇ ਹਾਂ ਤਾਂ ਸਭ ਜਗ੍ਹਾ ਕੰਮ ਆਉਂਦੇ ਨੇ। ਉਹਨਾਂ ਗੁਣਾਂ ਨੂੰ ਜਿਤਨਾ ਖਾਵੋ ਖਰਚੋ ਤੋਟ ਨਾ ਆਵੈ, ਹਲਤ ਪਲਤ ਕੈ ਸੰਗੇ, ਲਾਦ ਖਜ਼ਾਨਾ, ਇਹ ਵਾਲਾ ਖਜ਼ਾਨਾ ਲੱਦ ਕੇ ਅਨਲਿਮਿਟਿਡ ਭਰ ਕੇ ਦਿੱਤਾ ਹੈ। ਲਾਦ ਖਜ਼ਾਨਾ ਗੁਰ ਨਾਨਕ ਕੋ ਦਿਆ,
ਨਾਨਕ ਮਤਲਬ ਮੈਲਾ ਪੰਜਵਾਂ ਦਾ ਸ਼ਬਦ ਹੈ। ਨਾਨਕ ਮਤਲਬ ਮਨ ਦੀ ਉਹ ਵਾਲੀ ਅਵਸਥਾ ਜਿਹੜੀ ਅਸੀਂ ਜਪਜੀ ਸਾਹਿਬ ਵਿੱਚ ਵਿਚਾਰ ਰਹੇ ਸਾਂ, ਮਨ ਦੀ ਉਹ ਵਾਲੀ ਅਵਸਥਾ ਜਦੋਂ ਮਨ ਅਦਵੈਤ ਹੋ ਜਾਂਦਾ ਹੈ, ਜਦੋਂ ਮਨ ਦੀ ਡੁਐਲਿਟੀ ਖਤਮ ਹੋ ਜਾਂਦੀ ਹੈ, ਜਦੋਂ ਮਨ ਦੀ ਕੂੜ ਖਤਮ ਹੋ ਜਾਂਦੀ ਹੈ, ਮਨ ਹੁਕਮ ਰਜ਼ਾਈ ਚੱਲਣਾ ਸਿੱਖ ਜਾਂਦਾ ਹੈ, ਮਨ ਨੂੰ ਅੰਦਰੋਂ ਸਮਝ ਆ ਜਾਂਦੀ ਹੈ ਸੱਚਖੰਡ ਵਸੈ ਨਿਰੰਕਾਰ। ਮਨ ਨੂੰ ਸਮਝ ਆ ਜਾਂਦੀ ਹੈ ਸੱਚਖੰਡ ਮਰਨ ਤੋਂ ਬਾਅਦ ਕਿਧਰੇ ਨਹੀਂ ਹੈ, ਅੰਦਰ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਰੱਬ ਜੀ ਅੰਦਰ ਰਹਿੰਦੇ ਨੇ, ਉਹਨਾਂ ਨੇ ਅੰਦਰੋਂ ਖਜ਼ਾਨਾ ਦਿੱਤਾ ਹੈ। ਮੈਨੂੰ ਸਮਝ ਨਹੀਂ ਸੀ ਆਉਂਦੀ, ਮੈਂ ਉਸ ਨੂੰ ਵਰਤਦਾ ਨਹੀਂ ਸੀ। ਉਹਨੂੰ ਵਰਤਦੇ ਹਾਂ, ਉਹ ਵਾਲਾ ਗੁਰ, ਉਹ ਵਾਲੀ ਟੈਕਨੀਕ ਸਭ ਨੂੰ ਦਿੱਤੀ ਹੈ। ਹੁਣ ਸਾਡੇ ਕੋਲ ਜੇ ਦੁਨਿਆਵੀ ਕੁਆਲਿਟੀਜ਼ ਹੋਣ, ਮੈਂ ਅਮੀਰ ਹਾਂ, ਮੈਂ ਆਫਿਸ ਵਿੱਚ ਬੌਸ ਹਾਂ, ਮੈਂ ਪਤੀ ਹਾਂ ਜਾਂ ਮੈਂ ਪਤਨੀ ਹਾਂ ਜਾਂ ਮੈਂ ਨੌਜਵਾਨ ਪੁੱਤਰ ਹਾਂ, ਔਰ ਮੈਨੂੰ ਰੱਬੀ ਗੁਣਾਂ ਨਾਲ ਵਰਤਣਾ ਨਹੀਂ ਆਉਂਦਾ, ਤਾਂ ਮੈਂ ਆਪਣੇ ਥੱਲੇ ਕੰਮ ਕਰਨ ਵਾਲਿਆਂ ਨਾਲ ਵੀ ਲੜਾਂਗਾ, ਮੰਦੇ ਬੋਲ ਬੋਲਾਂਗਾ, ਮਿਸਬਿਹੇਵ ਕਰਾਂਗਾ। ਮੇਰਾ ਕਿਸੇ ਪਾਸੇ ਵੀ ਕੋਈ ਰਿਸ਼ਤਾ ਹੈ ਪਰ ਮੈਂ ਉਹਨੂੰ ਬਰਕਰਾਰ ਨਹੀਂ ਰੱਖ ਪਾਉਂਦਾ, ਭਾਖਿਆ ਪਾਓ ਪਾਰ ਮਿੱਠੀ ਬੋਲੀ ਬੋਲ ਨਹੀਂ ਪਾਉਂਦਾ, ਔਰ ਮੈਂ ਮਿਸਬਿਹੇਵ ਕਰਦਾ ਹਾਂ। ਪਰ ਜੇ ਰੱਬੀ ਗੁਣ ਹੋਣ ਤਾਂ ਚਾਰੋਂ ਪਾਸੇ ਮੇਰੀ ਰਿਲੇਸ਼ਨਸ਼ਿਪ ਠੀਕ ਹੁੰਦੀ ਜਾਂਦੀ ਹੈ। ਇਹ ਧਨ ਘਟਦਾ ਨਹੀਂ ਹੈ। ਨਾਨਕ ਪਿੰਡ ਬਖਸ਼ੀਸ਼ ਕਾ, ਅਸੀਂ ਪਹਿਲੇ ਦਿਨ ਗੱਲ ਸ਼ੁਰੂ ਕੀਤੀ ਸੀ, ਪਿੰਡ, ਪੱਤਲ, ਦੀਵਾ, ਕਿਰਿਆ, ਇਹ ਸਭ ਕੁਝ ਲੋਕੀ ਮਰਨ ਤੋਂ ਬਾਅਦ ਕਰਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ ਜੀਂਦੇ ਜੀ ਤੈਨੂੰ ਮਰਨ ਤੋਂ ਬਾਅਦ ਹਥੇਲੀ 'ਤੇ ਦੀਵਾ ਨਹੀਂ ਰੱਖਣਾ ਪਏਗਾ, ਤੈਨੂੰ ਮਰਨ ਤੋਂ ਬਾਅਦ ਮੰਜੇ 'ਤੇ ਨਹੀਂ ਲਾਣਾ ਪਏਗਾ, ਕਿਉਂਕਿ ਵਹਿਮ ਕਰਦੇ ਨੇ ਮੰਜੇ 'ਤੇ ਮਰ ਗਿਆ ਤੇ ਨਰਕਾਂ ਨੂੰ ਜਾਏਗਾ, ਕਿਉਂਕਿ ਵਹਿਮ ਕਰਦੇ ਨੇ ਮਤੇ ਪਾਪ ਭੋਗਣੇ ਪੈਣਗੇ। ਨਾ ਤੈਨੂੰ ਮੰਜੇ ਤੋਂ ਲਾਣਾ ਪਵੇਗਾ, ਨਾ ਤੈਨੂੰ ਥੱਲੇ ਉਤਾਰ ਕੇ ਤੇਰੇ ਹੱਥ 'ਤੇ ਦੀਵਾ ਰੱਖਣਾ ਪਏਗਾ, ਨਾ ਤੇਰੇ ਦੀਵੇ ਦੇ ਅੰਦਰ ਸੋਨੇ ਦਾ ਸਿੱਕਾ ਰੱਖਣਾ ਪਵੇਗਾ, ਨਾ ਤੈਨੂੰ ਹਨੇਰੇ ਵਾਸਤੇ 360 ਬੱਤੀਆਂ ਜਗਾਉਣੀਆਂ ਪੈਣਗੀਆਂ। ਤੈਨੂੰ ਆਤਮਕ ਚਾਨਣ ਕਰਨ ਵਾਸਤੇ ਇਹ ਤੇਲ ਦੀਵਾ ਇਉਂ ਬੱਲੇ ਸਿੱਖਣਾ ਪਏਗਾ। ਅਸੀਂ ਕੱਲ੍ਹ ਤੱਕ ਇੱਥੇ ਤੱਕ ਵਿਚਾਰ ਕਰ ਚੁੱਕੇ ਸੀ। ਸੋ ਜਦੋਂ ਅਸੀਂ ਇਹ ਪਿੰਡ ਬਖਸ਼ੀਸ਼ ਕਾ ਪ੍ਰਾਪਤ ਕਰਦੇ ਹਾਂ ਤਾਂ ਸ਼ਬਦ 'ਚੋਂ ਅਸੀਂ ਸਿੱਖਿਆ ਸੀ ਕਿ ਜੋ ਇਹ ਸੰਤੋਖੀ ਭੋਜਨ ਪ੍ਰਾਪਤ ਕਰਦਾ ਉਹ ਹਮੇਸ਼ਾ ਵਾਸਤੇ ਕੰਟੈਂਟਿਡ ਹੋ ਜਾਂਦਾ ਹੈ, ਔਰ ਜਿਹੜਾ ਕੰਟੈਂਟਿਡ ਹੋ ਜਾਂਦਾ ਹੈ ਉਹ ਹਮੇਸ਼ਾ ਸੁਖੀ ਰਹਿੰਦਾ ਹੈ। ਕਾਸ਼ ਉਹ ਇਸ ਦੀ ਮੰਗ ਕਰੇ। ਤਾਂ ਜਿਹੜਾ ਇਹ ਵਾਲੀ ਅਵਸਥਾ ਪ੍ਰਾਪਤ ਕਰਦਾ ਹੈ ਉਹਦਾ ਨਵਾਂ ਜਨਮ ਹੁੰਦਾ ਹੈ। ਉਹਨੂੰ ਕਹਿੰਦੇ ਨੇ ਸਤਿਗੁਰ ਕੈ ਜਨਮੈ। ਸਤਿਗੁਰ ਦੇ ਘਰ ਉਹ ਜਨਮ ਲੈਂਦਾ ਹੈ, ਮੀਨ ਸਤਿਗੁਰ ਦੀ ਮੱਤ ਲੈਂਦਾ ਹੈ। ਜਦੋਂ ਸਤਿਗੁਰ ਦੀ ਮੱਤ ਲੈਂਦਾ ਉਹਦਾ ਪਿਤਰੀ ਹੋਏ ਉਧਾਰ ਹੋ ਜਾਂਦਾ, ਉਹਦੇ ਨਵੇਂ ਮੰਮੀ ਪਾਪਾ, ਨਵੇਂ ਮਾਤਾ ਪਿਤਾ ਪੈਦਾ ਹੁੰਦੇ ਨੇ। ਪਿਤਾ ਹੁੰਦਾ ਸੰਤੋਖ, ਮਾਤਾ ਹੁੰਦੀ ਹੈ ਸੁਚੱਜੀ ਮੱਤ। ਇਹ ਉਹਨੂੰ ਪ੍ਰਾਪਤ ਹੋ ਜਾਂਦੇ ਨੇ। ਇਹਦੇ 'ਚੋਂ ਉਹਨੂੰ ਜਿਹੜੇ ਚੰਗੇ ਚੰਗੇ ਖਿਆਲ ਆਉਂਦੇ ਨੇ, ਇਹ ਉਹਦੇ ਧੀਆਂ ਪੁੱਤਰ, ਉਹਦਾ ਕੁਟੰਬ, ਉਹਦਾ ਟੱਬਰ ਹੁੰਦਾ ਹੈ, ਔਰ ਇਸ ਟੱਬਰ ਦੇ ਨਾਲ ਉਹ ਸਾਰੀ ਦੁਨੀਆ ਵਿੱਚ ਇਸ ਕੁਟੰਬ ਦੇ ਨਾਲ ਉਹ ਜਿਉਂਦਾ ਹੈ। ਇਹ ਗੱਲ ਮੈਂ ਇਸ ਕਰਕੇ ਦੁਬਾਰਾ ਰਿਪੀਟ ਕੀਤੀ ਹੈ ਕਿ ਇਸੀ ਟੱਬਰ ਦਾ ਮਨ ਜਿਹੜਾ ਸਤਿਗੁਰ ਦੇ ਘਰ ਜਨਮਿਆ, ਉਹਨੂੰ ਜੰਮਿਆ ਪੂਤ ਭਗਤ ਗੋਬਿੰਦ ਕਾ ਕਹਿੰਦੇ ਨੇ। ਇਹੀ ਮਨ ਮੋਰੀ ਪੁੱਤ ਬਣਦਾ ਹੈ। ਮੋਰੀ ਪੁੱਤ ਜਿਹੜਾ ਸਿਰਮੌਰ ਪੁੱਤਰ ਬਣ ਕੇ ਕਾਰਜ ਸਗਲ ਅਰੰਭਿਓ ਘਰ ਕਾ ਕਰਨ ਵਾਸਤੇ ਰੱਬ ਜੀ ਦੇ ਸਨਮੁਖ ਹੁੰਦਾ ਹੈ। ਜੀਂਦੇ ਜੀ ਅੰਦਰ ਰੱਬ ਜੀ ਵਸਦੇ ਨੇ, ਉਹਨਾਂ ਦੇ ਸਨਮੁਖ ਹੋਇਆ। ਤੁਸੀਂ ਨੋਟਿਸ ਕਰਨਾ ਅਸੀਂ ਸਨਮੁਖ ਰੱਬ ਜੀ ਦੇ ਨਹੀਂ ਹੁੰਦੇ ਹਾਂ। ਕਿਸ ਤਰ੍ਹਾਂ? ਮੇਰੇ ਅੰਦਰ ਰੱਬ ਜੀ ਵਸਦੇ ਨੇ, ਮੈਂ ਕਦੇ ਵੀ ਆਪਣੇ ਆਪ ਨਾਲ ਬੈਠਦਾ ਹੀ ਨਹੀਂ। ਜਦੋਂ ਅਸੀਂ ਆਪਣੇ ਆਪ ਨਾਲ ਬੈਠਦੇ ਹਾਂ, ਸਾਡੀ ਅੰਦਰ ਵਾਲੇ ਰੱਬ ਜੀ ਨਾਲ ਗੁਫ਼ਤਗੂ ਸ਼ੁਰੂ ਹੋ ਜਾਂਦੀ ਹੈ। ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ। ਗੁਰਮਤੀ ਰੰਗਮਾਣ ਆਪਣੇ ਆਪ ਨਾਲ ਗੁਫ਼ਤਗੂ ਸ਼ੁਰੂ ਹੋ ਜਾਂਦੀ ਹੈ, ਆਪਣੇ ਆਪ ਨਾਲ ਗੱਲਬਾਤ ਸ਼ੁਰੂ ਹੋ ਜਾਂਦੀ ਹੈ, ਐਜ਼ ਇਫ ਕਿ ਮੈਂ ਆਪਣੇ ਘਰ ਵਾਪਸ ਆ ਗਿਆ। ਲੇਕਿਨ ਅਸੀਂ ਬੈਠਦੇ ਨਹੀਂ ਹਾਂ। ਅਸੀਂ ਆਪਣੇ ਚਾਰ ਦੀਵਾਰਾਂ ਵਾਲੇ ਇਸ ਦੁਨੀਆ ਵਾਲੇ ਮਕਾਨ ਅੰਦਰ ਵੀ ਆਪਣੇ ਟੱਬਰ ਅੰਦਰ ਬੈਠ ਕੇ ਆਪਣੇ ਨਾਲ ਨਹੀਂ ਹੁੰਦੇ ਹਾਂ। ਜਿਉਂ ਹੀ ਅਸੀਂ ਬੈਠਾਂਗੇ ਟੀਵੀ ਔਨ ਕਰ ਲਵਾਂਗੇ। ਜੇ ਟੀਵੀ ਔਨ ਨਹੀਂ ਹੋ ਸਕਦਾ ਅਸੀਂ ਸੈੱਲਫੋਨ ਖੋਲ੍ਹ ਲਵਾਂਗੇ, ਸੈੱਲਫੋਨ ਨਹੀਂ ਆਈਪੈਡ ਖੋਲ੍ਹ ਲਵਾਂਗੇ, ਆਈਪੈਡ ਨਹੀਂ ਤਾਂ ਉਹ ਕਰ ਲਾਂਗੇ, ਕਿਸੇ ਫਰੈਂਡ ਨੂੰ ਫ਼ੋਨ ਕਰਨਾ ਸ਼ੁਰੂ ਕਰ ਦਿਆਂਗੇ, ਜਾਂ ਕਿਤਾਬ ਪੜ੍ਹਨੀ ਸ਼ੁਰੂ ਕਰ ਦਿਆਂਗੇ, ਜਾਂ ਅਖਬਾਰ ਚੁੱਕ ਲਵਾਂਗੇ, ਜਾਂ ਮੈਗਜ਼ੀਨ ਚੁੱਕ ਲਵਾਂਗੇ। ਕੁਛ ਨਾ ਕੁਛ ਅਸੀਂ ਹਮੇਸ਼ਾ
ਆਪਣੇ ਆਪ ਤੋਂ ਐਬਸੈਂਟ ਰਹਿੰਦੇ ਆ। ਜਦੋਂ ਐਬਸੈਂਟ ਰਹਿੰਦੇ ਆ ਨਾ, ਮੈਂ ਆਪਣੇ ਅੰਦਰ ਵਾਲੇ ਰੱਬ ਜੀ ਦੇ ਨਾਲ ਗੱਲ ਕਰਨਾ ਹੀ ਨਹੀਂ ਚਾਹੁੰਦਾ, ਮੈਂ ਆਪਣੇ ਆਪ ਤੋਂ ਦੂਰ ਰਹਿੰਦਾ। ਮੈਨੂੰ ਆਪਣੇ ਆਪ ਨਾਲ ਗੱਲ ਕਰਾਉਣ ਵਾਸਤੇ ਕਹਿੰਦੇ ਨੇ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ। ਆਪਣੇ ਦਿਲ ਨੂੰ ਖੋਜ, ਆਪਣੇ ਬਾਰੇ ਸੋਚ, ਆਪਣੇ ਅੰਦਰ ਗੱਲ ਕਰ। ਤੇਰੇ ਅੰਦਰ ਰੱਬ ਜੀ ਰਹਿੰਦੇ ਨੇ, ਉਹਨਾਂ ਦੀ ਗੱਲ ਸੁਣਿਆ ਕਰ। ਉਹਨਾਂ ਦੀ ਗੱਲ ਸੁਣਨ ਦਾ ਮੈਨੂੰ ਟਾਈਮ ਹੀ ਨਹੀਂ ਹੈ। ਜੇਕਰ ਟਾਈਮ ਨਹੀਂ ਹੈ ਤਾਂ ਮੇਰੇ ਇਹ ਅੱਖ, ਨੱਕ, ਕੰਨ, ਇਹਨਾਂ ਨੂੰ ਕਹਿੰਦੇ ਨੇ ਦੇਹੀ ਗਾਵਾਂ ਜੀਓ ਧਰ ਮੈਂ ਤੋ, ਬਸੈ ਪੰਚ ਕਿਰਸਾਨਾ, ਨੈਨੂ ਨਕਟੂ ਸਰਵਨੂ ਰਸਪਤ, ਇੰਦਰੀ ਕਿਆ ਨਾ ਮਾਨਾ, ਬਾਬਾ ਅਬ न बस होए गाँव, तेरा शरीर गाँव अपसेट रहेगा। घड़ी घड़ी का लेखा मांग है। घड़ी घड़ी का लेखा मांग है मीन्स सच दी बैलेंस दे अगे तू पूरा उतर नहीं पाएगा, अपसेट रहेगा, कल कल वाला जीवन जीवेगा। तो तैनू सच दा संतोखी भोजन प्राप्त करना है, वो निखुटदा नहीं है। लाद खजाना गुर नानक को दिया, ये मन हर रंग रंगे। सो असीं हुण ये अवस्था भी समझ रहे हाँ कि मन जदों सुचज्जे माता पिता प्राप्त करता है, सुचज्जा टब्बर प्राप्त करता है, उस मन की अवस्था अद्वैत अवस्था बनती है, वो नानक बनती है। उस अवस्था की गल चल रही है। मन की अंदर की अवस्थावां नूं असीं रामकली साध चों समझना है, तो असीं रामकली साध नूं अज असीं दे अंदर एंटर करांगे। तां मन जदों पूरा ब्राह्मण बन जाता है, तां असीं दीवा मेरा एक नाम शब्द विच पढ़िया सी, एक लोकी और छमछरी ब्राह्मण वट पिंड खाए। मेरा मन ब्राह्मण बन गया, इनू सच दा ब्रह्म दा ज्ञान हो गया और इन्हें अपना संतोख दा भोजन दा वट पिंड खाना शुरू किया। इनू नानक पिंड बख्शीश का कभू निखुटस नाए प्राप्त हो गया। इस नू जदों ये भोजन प्राप्त होया, ये सारे इंद्रे ज्ञानेंद्रे काबू आ गए। कल असी फिनिश करन वेले समझिया सी कि जदों मैं सच की गल नहीं सुनता हाँ, मैनू भुलेखा पै जाता, मैनू सब कुछ पता है, तो मेरे इंद्रे ज्ञानेंद्रे सारे डिस्टर्ब हो जाते हैं। बाबा अब न बस होए गाँव, घड़ी घड़ी का लेखा मांगा, कायत चेतू ना हो। ये सारा शरीर डिस्टर्ब हो जाता है, अपसैट हो जाता है। इसका मतलब इस शरीर नू सतयुग की संतोख की अवस्था दे के नेचल राज दिवाया जा सकता है, क्योंकि राज ते बैठण की कुर्सी वाला प्रेजेंट है। मन मन अद्वैत हो रहा है, मन नानक बन गया। ये मन नू गुरु पातशाह कहते हैं, हर जन ऐसा चाहिए जैसा हर ही होए। अल्टीमेटली मन नू रब जी दे नाल मिला के रब्बी गुणा वाला ही बना देंदे ने, मर्ज कर देंदे ने, रब ही बना देंदे ने। इनू कहते हैं सतगुर की जिसनू मत आवे, सो सतगुर माए समाना, वननेस विद विजडम हो गई। सतगुर नाल एक मिक हो गया। ये जींदे जी पॉसीबल है। काश असी इसनू समझिए, विचारिए, तो असी सिख रहे सी। जिस दिन असी रामकली साध नूं शुरू किया, असी पहली पंक्ति गायन की सी 5वें पदे दी, अंते सतगुर बोलिया, अंते सतगुर बोलिया, पिछे कीर्तन करियो निर्वाण जियो। मैं पिछे कीर्तन करियो निर्वाण जियो, मैं पिछे कीर्तन करियो निर्वाण। केशु गोपाल पंडित सद्यो, केशु गोपाल पंडित हर हर कथा पढ़े पुराण जियो, कथा पढ़े
पुराण जियो, कथा पढ़ें पुराण जियो। अंते सतगुर बोलिया, मैं पिछे कीर्तन करियो निर्वाण जियो, मैं पिछे कीर्तन करियो निर्वाण जियो। ये मन रब बनता है, ये मन सतगुर बनता है, ये मन सुनिया देंदा है, ये मन रब्बी गुणा की सिफतां करता है। इस मन के कारण सारे इंद्रे ज्ञान इंद्रे सारे अंग भी रब्बी गुणा दी सिफतां वाले बन जाते हैं। उसनूं कहते हैं निर्वाण कीर्तन करना। एक एक अंग रब्बी गुणा नूं, कीर्तन का मतलब होंदा कीर्ति करना। कीर्ति करना मीनस गॉड की प्रेज करना। गॉड की प्रेज गुरमति च कही है इस करके ने कि भगवान जी तुम बड़े शरीफ हो पर मैं बदमाशी, रब जी तुसी निर्वैर हो पर मैं वैर पालदा ही रहना, इस करके नहीं की गई है। गुरमति च रब की वडियाई इस करके की गई है कि ये मन जैसा सेवे तैसो होए तेहे कर्म कमाए। गुरमति च गॉड की प्रेज इस करके की गई है। कीर्ति कीर्तन, कीर्तन डज नॉट मीन वाजे तबले नाल राग च गाना। कीर्तन का मतलब एक एक अंग रब्बी गुणा के मुताबक जीवे, उसनूं कहते ने सारा तन बदन कीर्तन कर रहा है। और जे ना करे कल कल हो जाती है, कल कलेश हो जाती है, शरीर अपसैट हो जाता है, मन तन भंग हो जाता है। और जे सारा कीर्तन करन लग पवे, कीर्तन करना निर्वाण कीर्तन करना। पर जे कल युग होवे दी कल कल होवे तो गुरु पातशाह कहते ने ठीक हो सकना है, तू कल युग तो सतयुग पहुँच सकना है। पर तैनू कल युग दे वेले ना पता की करना है। कल युग मैं का मतलब की होंदा है, ये अज कल का जिहड़ा सीजन चल रहा है, जिहड़ी ईरा चल रही है, इनू कल युग नहीं कहते ने। जदों तू कल कल की अवस्था दे विच है, कल युग में अपसेट अवस्था के दौरान, वाइल यू आर अपसेट, कल युग में कीर्तन मीन्स कीर्ति मीन्स रब्बी गुणा वाला अगुवाई वाला मैसेज लै। कल युग में कीर्तन प्रधाना, गुरमुख जपिए लाए ध्याना। ज्यों ज्यों तू रब्बी गुणा की अगुवाई लवेंगा और करेंगा ना, तेरा कल युग खत्म हो जाएगा। ये बाहरली कोई नहीं गल चल रही कि किसी वाजा तबला बजान वाले दे चरण कुटने ने, वो नहीं गल चल रही, अंदर की गल चल रही है। तो जदों उसका सारा तन बदन इस तरह बन जाता है तो वह रब्बी एकमिकता वास्ते क्वालीफाई कर जाता है। रब्बी एकमिकता वास्ते क्वालीफाई करन वाले मन नूं सद्दा दिता गया। किसनूं दिता गया? जिहड़ा सिंसीयरली चाहता सी कि मैं समझिया हाँ, मनू पता लगा है कि मैं अपसैट होंदा हाँ, मनू पता लग्या है मैं निक्की निक्की गल ते क्रोधित हो जाता हाँ, मनू समझ आ रही है कि मैं फ्यूरीअस एजीटेटिड अपसैट हो जाता हाँ, मनू पता लग्या है मेरे सबर बड़ा घट है, मनू पता लग्या है मेरी टॉलरेंस बहुत घट है। जरा जिहा कोई कुछ मैनू कवे मैनू एकदम गुस्सा चढ़ जाता है, मेरिया भावां चढ़ जांदियां, मेरी ज़बान थिड़क जाती है, मैं उच्चा बोलन लग पैंदा, सारी दुनिया मेरे मुताबक चलिया करे, जरा जिहा मेरे मुताबक कीड़ी नहीं चलती है तो मैं औखा रहना वा। सर मेरे डॉक्टर साहब, मेरा वैद गुरु गोबिंदा हो तुसी, मैं तुहाडे कोल आया, काइंडली फिक्स मी अप। मेरा वैद गुरु गोबिंदा हर हर नाम औखद मुख देवै,
ਕਾਟੈ ਜਮ ਕੀ ਫੰਦਾ। ਇਹ ਜਿਹੜੇ ਅਵਗੁਣ ਮੈਨੂੰ ਬਹੁਤ ਸਤਾਉਂਦੇ ਨੇ ਨਾ, ਇਹਨੂੰ ਜਮ ਕੀ ਫੰਦਾ ਕਹਿੰਦੇ ਨੇ। ਤੁਸੀਂ ਇਸ ਗੱਲ ਨੂੰ ਬਾਰੀਕੀ ਨਾਲ ਧਿਆਨ ਰੱਖਣਾ। ਤੁਹਾਨੂੰ ਮਰਨ ਤੋਂ ਬਾਅਦ ਵਾਲੇ ਜਮ ਦੀ ਗੱਲ ਕੀਤੀ ਜਾਏਗੀ। ਅਸੀਂ ਬਾਰ-ਬਾਰ ਐਟ ਪ੍ਰੈਜ਼ੈਂਟ ਮੈਨੂੰ ਜਿਤਨੇ ਜਮ ਚੜੇ ਹੋਏ ਨੇ, ਨਾਨਕ ਅਵਗੁਣ ਜੇਤੜੇ ਤੇ ਗਲੀ ਜੰਜੀਰ। ਇਹ ਜਿਹੜੇ ਪ੍ਰੈਜ਼ੈਂਟ ਜਮ ਚੰਬੜੇ ਹੋਏ ਨੇ ਗੁਰਮਤ ਇਹਨਾਂ ਤੋਂ ਛੁਡਾਉਂਦੀ ਹੈ। ਜਿਹਦੇ ਜੀਂਦੇ ਜੀ ਇਹਨਾਂ ਤੋਂ ਛੁੱਟ ਗਏ ਨਾ, ਉਹਨੂੰ ਗੁਰ ਤੇ ਮਹਿਲ ਪ੍ਰਾਪਤ ਹੋ ਜਾਂਦਾ ਹੈ। ਜਿਸ ਨੂੰ ਗੁਰ ਤੇ ਮਹਿਲ ਪ੍ਰਾਪਤ ਹੋ ਜਾਂਦਾ ਹੈ, ਨਾਨਕ ਬੱਦਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਉਹਨੂੰ ਮਰਨ ਤੋਂ ਬਾਅਦ ਵਾਲੇ ਜਮਾਂ ਦਾ ਕੋਈ ਮਤਲਬ ਹੀ ਨਹੀਂ ਰਿਹਾ। ਉਹ ਤਾਂ ਜੀਂਦੇ ਜੀ ਰੱਬ ਜੀ ਦੇ ਮਹਿਲ ਅੰਦਰ ਐਂਟਰ ਕਰ ਗਿਆ ਹੈ। ਉਹ ਜੀਂਦੇ ਜੀ ਸਤਿਗੁਰ ਨਾਲ ਇਕਮਿਕ ਹੋ ਚੁੱਕਾ ਹੋਇਆ ਹੈ। ਉਸ ਨੂੰ ਮਰਨ ਤੋਂ ਬਾਅਦ ਸਵਰਗ ਨਰਕ ਜਮ ਪਰਲੋਕ ਇਹ ਗੱਲਾਂ ਨਾ ਸੁਣਾਓ। ਗੁਰੂ ਪਾਤਸ਼ਾਹ ਜੀਂਦੇ ਜੀ ਉਹਨੂੰ ਇਕਮਿਕਤਾ ਦੀ ਅਵਸਥਾ ਸਿਖਾ ਰਹੇ ਨੇ। ਉਸ ਅਵਸਥਾ ਦਾ ਸੱਦਾ ਉਹਨੂੰ ਦਿੱਤਾ ਜਿਹਨੇ ਰਿਅਲਾਈਜ਼ ਕੀਤਾ, ਆਈ ਐਮ ਅਪਸੈਟ, ਆਈ ਐਮ ਡਿਸਟਰਬਡ, ਮੈਨੂੰ ਠੀਕ ਕਰੋ। ਮੈਂ ਬੜੀ ਛੇਤੀ ਜ਼ਬਾਨ ਖਰਾਬ ਕਰ ਦਿੰਦਾ, ਬੜੀ ਛੇਤੀ ਮੈਂ ਨਿੰਦਾ ਸ਼ੁਰੂ ਕਰ ਦਿੰਦਾ, ਬੜੀ ਛੇਤੀ ਮੈਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦਾ, ਬੜੀ ਛੇਤੀ ਮੈਂ ਆਪਣਾ ਵੋਲਿਊਮ ਹਾਈ ਕਰ ਦਿੰਦਾ, ਬੜੀ ਛੇਤੀ ਮੈਂ ਉੱਚਾ ਬੋਲਣਾ ਸ਼ੁਰੂ ਕਰ ਦਿੰਦਾ ਹਾਂ। ਔਰ ਇਹ ਗੱਲ ਤਾਂ ਬਿਲਕੁਲ ਹੀ ਵੱਖਰੀ ਹੈ ਕਿ ਜਿਨ੍ਹਾਂ ਦੀ ਘਰ ਨਹੀਂ ਚੱਲਦੀ ਉਹ ਫਿਰ ਆ ਕੇ ਗੁਰਦੁਆਰੇ ਚਲਾਉਣਾ ਚਾਹੁੰਦੇ ਨੇ। ਉਹ ਫਿਰ ਭਾਈ ਸਾਹਿਬ ਜੀ, ਸੇਵਾਦਾਰ ਜੀ, ਰਾਗੀ ਸਿੰਘ ਜੀ ਇੱਥੇ ਸੇਵਾ ਕਰਨ ਵਾਲਿਆਂ 'ਤੇ ਉਹਨਾਂ 'ਤੇ ਰੋਬ ਚਾੜਨਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਘਰ ਚੱਲਦੀ ਨਹੀਂ। ਸਾਧ ਸੰਗਤ ਜੀ, ਇਹ ਗੱਲ ਮੈਂ ਇਸ ਕਰਕੇ ਸਾਂਝ ਕਰ ਰਿਹਾ ਤਾਂ ਕਿ ਜਿਹੜੇ ਪ੍ਰਬੰਧ ਕਰਦੇ ਨੇ ਨਾ, ਉਹਨਾਂ ਨੂੰ ਵੀ ਅੰਦਰੋਂ ਸਿੰਸੀਅਰਲੀ ਦਿਲ ਕਰੇ ਕਿ ਅਸੀਂ ਵੀ ਗੁਰੂ ਦੀ ਗੱਲ ਸੁਣਨੀ ਹੈ। ਅਸੀਂ ਸਿਰਫ ਪ੍ਰਬੰਧ ਕਰਨ ਨਹੀਂ ਆਏ ਹਾਂ, ਹਾਊ ਟੂ ਮੈਨੇਜ ਦਾ ਗੋਲਕ, ਅਸੀਂ ਇਸ ਵਾਸਤੇ ਨਹੀਂ ਆਏ ਹਾਂ। ਹਾਊ ਟੂ ਮੈਨੇਜ ਦਾ ਗੁਰਦੁਆਰਾ ਸਿਸਟਮ, ਅਸੀਂ ਇਸ ਵਾਸਤੇ ਨਹੀਂ ਆਏ ਹਾਂ। ਅਸੀਂ ਕੋਈ ਗੁਰਦੁਆਰਾ ਸੁਧਾਰਨ ਨਹੀਂ ਆਏ ਹਾਂ। ਅਸੀਂ ਗੁਰੂ ਦੀ ਮੱਤ ਲੈ ਕੇ ਮੈਂ ਆਪਣੇ ਆਪ ਨੂੰ ਸੁਧਾਰਨ ਆਇਆ, ਤਾਂ ਗੱਲ ਬਦਲ ਜਾਏਗੀ, ਜੀਵਨ ਬਦਲ ਜਾਏਗਾ, ਸਾਰਿਆਂ ਨਾਲ ਸਾਡਾ ਬਿਹੇਵੀਅਰ ਵੀ ਬਦਲ ਜਾਏਗਾ। ਉਹ ਵਾਲਾ ਸੱਦਾ ਇਸ ਬਾਣੀ ਦੇ ਰਾਹੀਂ ਦਿੱਤਾ ਗਿਆ। ਗੁਰੂ ਅਮਰਦਾਸ ਪਾਤਸ਼ਾਹ ਨੇ ਇਹ ਸੱਦਾ ਦਿੱਤਾ ਹੈ। ਸੋ ਇਹ ਫਿਲੋਸਫੀ ਹੈ ਜਿਸ ਨੂੰ ਮੈਂ ਲਿਖਿਆ, ਇਟਸ ਗੁਰਮਤ ਫਿਲੋਸਫੀ ਰਿਗਾਰਡਿੰਗ ਸਲਵੇਸ਼ਨ ਵਾਈਲ ਲਿਵਿੰਗ ਫੁੱਲ ਬਾਡੀ ਟਿਊਨਡ ਐਜ਼ ਪਰ ਵਿਜ਼ਡਮ। ਉਸ ਸੱਦੇ ਬਾਰੇ ਅਸੀਂ 5ਵੇਂ ਪਦੇ ਦੀ ਪਹਿਲੀ ਪੰਕਤੀ ਗਾਇਨ ਕੀਤੀ ਔਰ ਉਸ ਦਾ ਅੱਜ ਅਸੀਂ ਰਾਮਕਲੀ ਸਾਧ ਦਾ ਪਹਿਲਾ ਪਦ ਗਾਇਨ ਕਰਦੇ ਹਾਂ। ਜਗ ਦਾਤਾ ਸੋਏ ਭਗਤ ਵਛਲ ਤੇ ਲੋਦ ਦਿਓ। ਜਗ ਦਾਤਾ ਸੋਏ ਭਗਤ ਵਛਲ ਤੇ ਲੋਦ ਗੁਰ ਸ਼ਬਦ ਸਮਾਵੇ ਅਵਰ ਨ ਜਾਣੈ ਕੋਏ। ਅਵਰੋ ਨ ਜਾਣੈ ਸ਼ਬਦ ਗੁਰ ਕੈ ਏਕ ਨਾਮ ਧਿਆਵੈ। ਪ੍ਰਸਾਦ ਨਾਨਕ ਗੁਰੂ ਅੰਗਦ परम पदवी पावे। आया हकारा चलन हर राम नाम सदा। जग अमर अटल अतोल ठाकुर भगत ते हर पाया। भगत ते हर पाया। अंते सतगुर बोलिया। अंते सतगुर बोलिया। मैं पिछे कीर्तन करियो निर्वाण जियो। मैं पिछे कीर्तन करियो निर्वाण जियो।
ਸੋ ਅਸੀਂ ਰਾਮਕਲੀ ਸੱਧ ਜਿਹਦੇ ਪਿੱਛੇ ਅਸੀਂ ਸਾਨੂੰ 3 ਦਿਨ ਲੱਗੇ ਨੇ, ਅਸੀਂ ਟਰਮਸ ਹੀ ਸਮਝ ਰਹੇ ਸੀ। ਮੈਨੂੰ ਅੱਜ ਕਿਸੇ ਨੇ ਕਿਹਾ, ਵੀਰ ਜੀ ਕੋਈ ਬੰਦਾ ਜਿਹੜਾ ਕੱਲ੍ਹ ਆਇਆ ਉਹ ਕਿਵੇਂ ਸਮਝੇਗਾ? ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਨੂੰ 38 ਸਾਲ ਹੋ ਗਏ ਨੇ ਰਾਮਕਲੀ ਸੱਧ ਦੀ ਅੰਦਰ ਦੀ ਕੈਮਿਸਟਰੀ ਨੂੰ ਸਮਝਣ ਵਾਸਤੇ। ਮੈਂ ਬੇਨਤੀ ਕੀਤੀ ਕਿ ਮੇਰੇ ਵਾਸਤੇ ਬੜਾ ਮੁਸ਼ਕਿਲ ਹੈ ਕਿ ਜੋ ਮੈਨੂੰ ਸਮਝ ਆਇਆ ਉਹ ਮੈਂ ਸੰਗਤਾਂ ਨਾਲ ਸਾਂਝ ਕਰ ਸਕਾਂ। ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਇਸ ਟੌਪਿਕ ਨੂੰ ਸਮਝਣ ਵਾਸਤੇ ਪ੍ਰਬੰਧਕ ਸੱਜਣਾ ਨੇ ਸਪੈਸ਼ਲ ਉਲੀਕ ਕੇ ਪ੍ਰੋਗਰਾਮ 6 ਦਿਨ ਦਾ ਰੱਖਿਆ। ਹੁਣ ਜੇ ਕੋਈ ਆਵੇ 3 ਦਿਨ ਨਾ, ਮੈਂ ਉਹਨੂੰ ਫੋਕਸ ਕਰਕੇ 1 ਦਿਨ ਵਿੱਚ ਕਿਵੇਂ ਸਾਂਝ ਕਰਾਂ? ਉਹ ਵੀ ਘੰਟੇ ਦੇ 40 ਮਿੰਟ ਮਿਲਦੇ ਨੇ। ਇਹ ਸਾਡੀ ਮਜਬੂਰੀ ਹੈ, ਰੈਸਟ੍ਰਿਕਸ਼ਨਸ ਨੇ, ਲਿਮਿਟੇਸ਼ਨਸ ਨੇ ਕਿ ਇਤਨੀ ਕੀਮਤੀ ਬਾਣੀ ਜੀਂਦੇ ਜੀ ਰੱਬ ਜੀ ਨਾਲ ਇੱਕ ਮਿਕਤਾ ਅਵਸਥਾ ਪ੍ਰਾਪਤ ਹੋ ਸਕਦੀ ਹੈ। ਹਰ ਕੋਈ ਸੁੱਖ ਮਾਣਨਾ ਚਾਹੁੰਦਾ ਹੈ, ਹਰ ਕੋਈ ਖੁਸ਼ੀ ਮਾਣਨਾ ਚਾਹੁੰਦਾ ਹੈ, ਹਰ ਕੋਈ ਨਾਨਕ ਭਗਤਾਂ ਸਦਾ ਵਿਕਾਸ ਮਾਣਨਾ ਚਾਹੁੰਦਾ ਹੈ। ਸਦੀਵੀ ਸੁੱਖ ਜੇ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਬਾਣੀ ਨੂੰ ਵਿਚਾਰਨ ਵਾਸਤੇ ਡਿਟੇਲ ਵਿੱਚ ਸਮਝਣਾ ਚਾਹੀਦਾ ਹੈ। ਅਸੀਂ ਸੰਤੋਖੀ ਭੋਜਨ ਬਣਾ ਰਹੇ ਹਾਂ। ਇੱਕ ਕਿਚਨ ਦੇ ਅੰਦਰ 2200 ਆਈਟਮਾਂ ਹੁੰਦੀਆਂ ਨੇ, 2200 ਇਨਗਰੀਡੀਐਂਟਸ ਦੀਆਂ ਡੱਬੀਆਂ ਡੱਬੇ ਟੰਗੇ ਹੁੰਦੇ ਨੇ। ਸਾਨੂੰ ਪਤਾ ਨਹੀਂ ਇਹਨਾਂ ਚੋਂ ਕਿਹਦੇ ਨਾਲ ਸੰਤੋਖੀ ਭੋਜਨ ਬਣੇਗਾ। ਅਸੀਂ ਰਾਮਕਲੀ ਸੱਧ ਪੜ੍ਹ ਕੇ ਉਹ ਸੰਤੋਖੀ ਭੋਜਨ ਬਣਾਉਣਾ ਸਿੱਖ ਰਹੇ ਹਾਂ। ਗੁਰਦੁਆਰੇ ਦਾ ਮਕਸਦ ਕੀ ਹੈ? ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੀ ਹੈ ਇਹ ਆਣੇ ਧੰਨ ਧੰਨ ਗੁਰੂ ਗੁਰ ਸਤਿਗੁਰ ਪਾਂਦਾ ਜਿਨ ਹਰ ਉਪਦੇਸ਼ ਦੇ ਕੀਏ ਹੈ ਸਿਆਣੇ। ਅਸੀਂ ਇੱਥੇ ਸਿਆਣੇ ਹੋਣ ਆਉਂਦੇ ਹਾਂ। ਤਾਂ ਸਿਆਣੇ ਹੋਣ ਦਾ ਪਰਪਸ ਹੈ ਗੁਰਮਤਿ 'ਚ ਕਿ ਅਸੀਂ ਇਆਣੇ ਬਣ ਕੇ ਆਉਂਦੇ ਹਾਂ। ਅਤੇ ਗੁਰਮਤਿ ਸਤਸੰਗਤ ਸਤਿਗੁਰ ਚਟਸਾਲ ਹੈ, ਇਹ ਸਕੂਲ ਹੈ, ਇਹ ਪਾਠਸ਼ਾਲਾ ਹੈ। ਸਤਸੰਗਤ ਸਤਿਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾ। ਅਸੀਂ ਇੱਥੇ ਸਿੱਖਣ ਆਉਂਦੇ ਹਾਂ। ਕਾਸ਼ ਇਸ ਤਰੀਕੇ ਦੇ ਪ੍ਰੋਗਰਾਮ ਹੋਣ, ਕਾਸ਼ ਲੜੀਵਾਰ ਪ੍ਰੋਗਰਾਮ ਹੋਣ। ਅਸੀਂ ਇਸ ਕਰਕੇ ਬਾਹਰ ਸੈਮੀਨਾਰ ਵੀ ਕਰਦੇ ਹਾਂ। ਹਾਲ ਵਿੱਚ ਬੈਠ ਕੇ ਅਸੀਂ 10-10 ਘੰਟੇ ਦੇ 4 ਦਿਨ ਪ੍ਰੋਗਰਾਮ ਕੀਤਾ, 4 ਲਾਵਾਂ ਸਮਝੀਆਂ। 1 ਦਿਨ 10 ਘੰਟੇ ਲਾਏ, 1 ਲਾਂ ਸਮਝੀ। 4 ਦਿਨਾਂ ਵਿੱਚ ਆਨੰਦ ਕਾਰਜ ਦੇ ਬਾਰੇ ਸਮਝਿਆ। ਵਾਟ ਇਜ਼ ਆਨੰਦ ਕਾਰਜ? ਵਰਨਾ ਤਾਂ ਸਾਨੂੰ ਪੱਲੇ ਟੰਡੇ ਲਾਗੀ ਵੀ ਲਾਵਾਂ ਵੇਲੇ ਜ਼ਰਾ ਜਿਹਾ ਦੇਖਣ ਨੂੰ ਮਿਲਦਾ ਹੈ, ਉਹ ਵੀ ਅਸੀਂ ਪੱਲੇ ਲੱਗੇ ਨਹੀਂ ਹੁੰਦੇ ਹਾਂ। ਇਹਦਾ ਮਤਲਬ ਬਾਣੀ ਜਿਨ੍ਹਾਂ ਨੂੰ ਵਿਚਾਰਨੀ ਹੈ, ਜਿਹੜੇ ਸਿੰਸੀਅਰਲੀ ਸਮਝਦੇ ਨੇ, ਉਹ ਲੜੀਵਾਰ ਪੜ੍ਹਦੇ ਨੇ, ਲੜੀਵਾਰ ਸੁਣਦੇ ਨੇ, ਲੜੀਵਾਰ ਸਮਝਦੇ ਨੇ। ਤਾਂ ਲੜੀਵਾਰ ਦੀ ਸਾਰੀਆਂ ਗੱਲਾਂ ਆਪ ਜੀ ਨਾਲ ਮੈਂ ਸਾਂਝੀਆਂ ਕਰ ਚੁੱਕਾ। ਅਸੀਂ ਸੋਹਿਲਾ ਸਮਝਿਆ, ਰੱਬੀ ਇਕਮਿਕਤਾ ਦੀ ਅਵਸਥਾ ਸਿਖਾਈ ਹੈ। ਮੈਲਾ ਨੋਵਾਂ ਸਮਝਿਆ, ਰੱਬੀ ਇਕਮਿਕਤਾ ਦੀ ਅਵਸਥਾ ਸਿਖਾਈ ਹੈ। ਰਾਮਕਲੀ ਸੱਧ ਉਸ ਮਨੁੱਖ ਦੇ ਮਨ ਨੂੰ ਸੱਦਾ ਹੈ ਜਿਹੜਾ ਸਿੰਸੀਅਰਲੀ ਜੀਂਦੇ ਜੀ ਮਰ ਕੇ ਜੀਵਤਿਆਂ ਮਰ ਰਹੀ ਏ। ਉਹਨੂੰ ਕਹਿੰਦੇ ਨੇ ਸ਼ਬਦ ਮਰੋ ਫਿਰ ਜੀਵੋ ਸਦ ਹੀ। ਇਹ ਸਦ ਹੀ ਜੀਵਨ ਦੀ ਅਵਸਥਾ ਨੂੰ ਅਮਰਦਾਸ ਕਹਿੰਦੇ ਨੇ। ਅਮਰ ਹੋ ਗਏ ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾਮ ਹੁਆ। ਜੋ ਇਸ ਅਵਸਥਾ ਨੂੰ ਸਿੱਖਣਾ ਚਾਹੁੰਦਾ ਹੈ ਉਹ ਬਾਣੀ ਨੂੰ ਇਸ ਤਰੀਕੇ ਦੇ ਨਾਲ ਪੜ੍ਹੇਗਾ। ਸੋ ਅਸੀਂ ਵਿਚਾਰਦੇ ਹਾਂ ਕਿ ਇਹ ਸੱਦਾ ਉਸ ਨੂੰ ਮਿਲਦਾ ਹੈ ਜਿਹੜਾ ਸਿੰਸੀਅਰਲੀ ਲੈਂਦਾ ਹੈ। ਅਤੇ ਜਿਹੜਾ ਲੈਂਦਾ ਹੈ ਉਹਦਾ ਅੰਦਰ ਦਾ ਸਾਰਾ ਪਰਿਵਾਰ, ਉਹਦੇ ਮਾਤਾ ਪਿਤਾ, ਉਹਦਾ ਕੁਟੁੰਬ, ਉਹਦਾ ਅੰਦਰ ਦਾ ਸਾਰੇ ਸੰਗੀ ਸਾਥੀ, ਉਹਨੂੰ ਕਹਿੰਦੇ ਨੇ ਫਰੀਦ ਕਬੀਰ ਜਾਂ ਦਿਨ ਹੋਮੁਆ ਪਾਛੈ ਪਿਆ ਆਨੰਦ ਮੋਏ ਮਿਲਿਓ ਪ੍ਰਭ ਆਪਣਾ ਸੰਗੀ। ਸੰਗੀ ਨੇ ਮੇਰੇ ਇੰਦਰੇ ਗਿਆਨ ਇੰਦਰੇ ਔਰ ਮੇਰੇ ਅੰਦਰ ਦੇ ਸਾਰੇ ਰਿਸ਼ਤੇਦਾਰ, ਸਾਰੇ ਸੰਗੀ ਭਜੈ ਗੋਬਿੰਦ। ਸਾਰਿਆਂ ਦੇ ਨਾਲ ਮਿਲ ਕੇ ਬੋਡੀ ਟਿਊਨਡ ਹੋ ਜਾਂਦੀ ਹੈ। ਜਿਹਦੀ ਬੋਡੀ ਗੁਰਮਤਿ ਅਨੁਸਾਰ ਵਿਜ਼ਡਮ ਦੀ ਟਿਊਨਡ ਹੋ ਜਾਂਦੀ ਹੈ, ਉਹਦਾ ਪਿਤਰੀ ਉਧਾਰ ਹੋ ਜਾਂਦਾ ਹੈ, ਉਹਦੇ ਸੁਚੱਜੀ ਮਾਤਾ ਅਤੇ ਸੰਤੋਖ ਪਿਤਾ ਪ੍ਰਾਪਤ ਹੋ ਜਾਂਦਾ ਹੈ। ਜਦੋਂ ਗਿਆਨ ਗੁਰੂ ਦੇ ਆਧਾਰ ਅਨੁਸਾਰ ਜੀਣਾ ਸ਼ੁਰੂ ਕਰਦਾ ਹੈ ਤਾਂ ਉਹਦਾ ਸਾਰਾ ਜਗਤ, ਇਹ ਟਰਮ ਬਾਣੀ 'ਚ ਆਏਗੀ। ਜਗ ਦਾ ਮਤਲਬ ਹੁੰਦਾ ਹੈ ਥਾਟ ਪ੍ਰੋਸੈਸ। ਅਸੀਂ ਸਾਰੇ ਲੋਕੀ ਸਮਝਦੇ ਹਾਂ ਇਸ ਦੁਨੀਆ ਨੂੰ ਜਗ। ਅਸੀਂ ਜਦੋਂ ਇਸ ਦੁਨੀਆ ਨੂੰ ਜਗ ਸਮਝਦੇ ਹਾਂ ਤਾਂ ਇਸ ਕਰਕੇ ਅਸੀਂ ਅਰਥ ਕਰਦੇ ਰਹਿੰਦੇ ਹਾਂ ਜਗ ਰਚਨਾ ਸਭ ਝੂਠ ਹੈ, ਵੀ ਇਹ ਸਭ ਕੁਝ ਝੂਠ ਹੈ। ਪਰ ਜਗ ਰਚਨਾ ਮੇਰੇ ਮਨ ਦੀ ਹੈ। ਮੇਰੇ ਮਨ ਨੇ ਆਪਣੀ ਜਗ ਰਚਨਾ ਕੀਤੀ ਹੋਈ ਹੈ, ਉਹਨੂੰ ਕਹਿੰਦੇ ਨੇ ਜਗ ਰਚਨਾ ਸਭ ਝੂਠ ਹੈ। ਇਹ ਬਾਹਰਲੀ ਰਚਨਾ ਨੂੰ ਨਹੀਂ ਕਹਿੰਦੇ। ਇਹ ਤਾਂ ਸਾਰੀ ਸ੍ਰਿਸ਼ਟੀ ਰੱਬ ਜੀ ਨੇ ਬਣਾਈ ਹੈ। ਇਹ ਜਗ ਸੱਚੀ ਕੀ ਹੈ? ਕੋਠੜੀ ਸੱਚੀ ਕਾ ਵਿਸ਼ਵਾਸ। ਇਹ ਤਿਸਵੀਂ ਧਰਤੀ ਥਾਪ ਰੱਖੀ ਧਰਮਸ਼ਾਲ। ਇਹ ਵੀ ਸੰਸਾਰ तुम देखते हर का रूप है।
ਹਰ ਰੂਪ ਨਦਰੀ ਆਇਆ। ਇਹ ਸਾਰੀ ਸ੍ਰਿਸ਼ਟੀ ਰੱਬ ਜੀ ਨੇ ਨਿਯਮਾਂ ਵਿੱਚ ਬਣਾਈ ਹੋਈ ਹੈ। ਸ੍ਰਿਸ਼ਟੀ ਝੂਠ ਨਹੀਂ ਹੈ। ਜਗ ਰਚਨਾ ਮੇਰੇ ਮਨ ਦੀ ਬਣਾਈ ਹੋਈ ਹੈ, ਇਸ ਕਰਕੇ ਜਗ ਮਨ ਨੂੰ ਕਹਿੰਦੇ ਨੇ। ਮਨ ਦੇ ਬਣਾਏ ਹੋਏ ਖਿਆਲਾਂ ਦੇ ਨਾਲ ਜਿਹੜਾ ਆਪਣਾ ਇੱਕ ਸੰਸਾਰ ਰਚਿਆ ਹੁੰਦਾ ਉਹਨੂੰ ਜਗਤ ਕਹਿੰਦੇ ਨੇ। ਮਨ ਜਿਸ ਖਿਆਲਾਂ ਦੇ ਵਿੱਚ ਰਹਿੰਦਾ ਹੈ ਉਹਨੂੰ ਯੁੱਗ ਕਹਿੰਦੇ ਨੇ। ਯੁੱਗ, ਜਗ, ਜਗਤ। ਸੋ ਉਹਦੇ ਸਾਰੇ ਆਰਗਨਸ, ਸਾਰਾ ਥਾਟ ਪ੍ਰੋਸੈਸ, ਜਗਤ, ਸਾਰਾ ਕੁਝ ਸਮਰਪਿਤ ਹੋ ਜਾਂਦਾ ਵਿਜ਼ਡਮ ਨੂੰ। ਉਹਦੇ ਵਾਸਤੇ ਸਿਰ ਮੋਰ ਹੋ ਜਾਂਦਾ ਹੈ। मैंने भ्रष्टाचार नहीं करना, मैंने नम्रता में रहना है, मैं ज़बान नाल फिक्के बोल नहीं बोलने ने, मैंने रिश्वत नहीं लेनी है। ये वो अपने सतगुर दी मत दी विवेक बुद्धि लैके अपने जीवन उत्ते सिद्धांत कढ़दा जाता है, अपना अंदर दा अनुशासन बनाता जाता है। सब जगत आण पैरी पाए जियो, इसी बारे आएगा। जिस प्यारे सियों ने तिस आगे मर चली है। मन मर गया, सारे इंद्रे ज्ञान इंद्रे भी कहते साडा मन जिस पासे गया ना असा भी उत्थे जाना। इस मन ने सच का मार्ग संभाल लिया, असी भी सारे तैयार हाँ। सारी बॉडी फुल समर्पित, फुल सरेंडर्ड, सारी बॉडी फुली ट्यून्ड। सगल सृष्ट एक वरण होई, ਉਹਦੀ सारी सृष्टि सारा कुछ ट्यून्ड हो जाता है। ਅਸੀਂ रोज अरदास ਵੇਲੇ पढ़ते तू ठाकुर तुम पै अरदास, जीव पिंड सब तेरी रास, तुम मात पिता हम बारक तेरे, तुमरी कृपा में सुख नेरे, कोई ना जाने तुमरा तू ऊंचे तो ऊंचा भगवंत, सगल समिग्री तुमरे सूत्रधारी। मेरिया अखां भी उंज ही सोचदियां जिवें मन सोच रहा सतगुर दी मत लैके, मेरे कान भी उंज ही सोच रहे ने, मेरी जीभ भी, सारियां नूं ना एक माला विच परो लिया, सारे एक सूत्र दे अंदर परोते गए। सच दी मत लैके सगल समिग्री तुमरे सूत्रधारी, तुम तो स्वाज्ञाकारी, तुमरी गत में तुम ही जाने, नानक दास सदा कुर्बानी। असीं पढ़दे हां सगल समिग्री तुमरे सूत्रधारे वाले दी मन जीता जगजीत दी अवस्था बनती है। ऑल दीज अवस्थास आर वेरी ईजली पॉसीबल। जमा नाल जदों रहिंदा सी, जदों अपसैट रहिंदा सी, उहनूं कहंदे ने सगल सृष्ट को राजा, सगल सृष्ट को, सारी अपनी सृष्टि अवगुणा दी जमा दे मंदे ख्यालों वाली इकट्ठी की हुई है। मन तन भंग है, सगल सृष्ट को राजा दुखिया। हो पता की दिती, हर का नाम जपत तो सुखिया। तू सुखी हो सकना है, सतगुर दी मत लै लै, विजडम लै लै, सच दे मार्ग ते टुर पै, सुखी हो सकना है। ऐसे मन की पत रब्बी दर ते रखी जाती है। असी दुनिया समाज के सामने पत रखण की सोच रहे होंदा, ओदी रब्बी दर ते पत रखी जाती है। और साध संगत जी साडी पत लुट्टी किस तरह जाती है? साडी पत लुट्टी जाती है जदों विकार जम मैनू मंदे ख्यालों का सुभाव वाला बना देंदे ने। इनू पत लुटना कहते हैं। इनू द्रौपदी की पत नगन की जा रही है मंदे ख्यालों के दरबार। मंदे ख्यालों नू दुर्योधन का दरबार कहते हैं। मंदे ख्यालों के विच मेरी जिहड़ी है पंचाली है, यह लुटी जा रही है। इनू गुरु तेग बहादुर साहब कहते हैं पंचाली को राज सभा में, राज किदा जमा दा, मंदे ख्यालों का, पंचाली को राजसभा में राम नाम सुधाई। राम नाम सुधाई मीन्स विजडम दी मंगण दी सुध आ गई। काइंडली ग्रांट मी विजडम, मुझे बताओ, मेरा जी ललचा रहा है कि मैं रिश्वत लूँ, तो मुझे दृढ़ता दो, मुझे ताकत दो, ताकि मैं रिश्वत लेते टाइम फिसल ना जाऊँ, ना लूँ, कहीं मैं थिड़क ना जाऊँ। मनु बल बख्शो, डोलन ते राखो प्रभु। पंचाली को राजसभा में राम नाम सुधाई। जिहड़ी असी सुनते हाँ वो द्रौपदी की गल असी सुनते हैं, उसनूं कृष्ण जी की सुधाई। पर गुरु पातशाह उस रिडल नूं खोलते हैं कि दरअसल पंचाली किनू कहते हैं, और पंचाली नूं राम नाम सुधांदी है तो उसकी पत बच जाती है। सो रब जी के दर ते उसकी पत बच जाती है। ऐसे मन की सारे तन मन रोम रोम निमरता वाले बन जाते हैं।
as if the whole man tan qualifies to have oneness with God. ਰਾਮਦਾਸ ਇਸ ਹੁਣ ਇਹਦੇ ਰਾਮਕਲੀ ਸਾਧ ਵਿੱਚ ਆਏਗਾ। ਰਾਮਦਾਸ ਹੁੰਦਾ ਪੈਰੀ ਪੈਣਾ, ਸੱਚ ਦੀ ਸੰਗਤ, ਅੱਗੇ ਸਰੈਂਡਰ ਕਰਨਾ, ਇਹ ਅਵਸਥਾ ਬਣਦੀ ਹੈ। ਗੁਰ ਅੱਗੇ ਮਨ ਪੁੱਤਰ ਸਨਮੁਖ ਹੋ ਕੇ, ਜਿਸ ਨੂੰ ਮੋਹਰੀ ਪੁੱਤ ਕਹਿੰਦੇ ਨੇ, ਉਹ ਫੋਲੋ ਕਰਦਾ ਹੈ, ਦੈਨ ਵਨੈਸ ਪੋਸੀਬਲ ਹੋ ਜਾਂਦੀ ਹੈ। ਮਨ ਦੀ ਸੱਚੀ ਸੰਗਤ 'ਚ ਨਿਮਰਤਾ ਨਾਲ ਵਿਜ਼ਡਮ ਲੈਣ ਦੀ ਅਵਸਥਾ ਨੂੰ ਰਾਮਦਾਸ ਕਹਿੰਦੇ ਨੇ। ਸਤਿਗੁਰ ਦੀ ਮੱਤ ਦੀ ਜਿਹੜਾ ਸਰੋਵਰ ਹੈ ਨਾ, ਸਤਸੰਗਤ, ਉਹਨੂੰ ਰਾਮਦਾਸ ਸਰੋਵਰ ਨਾਤੀ ਕਹਿੰਦੇ ਨੇ। ਰਾਮ ਦੇ ਦਾਸਾਂ ਦਾ ਸਰੋਵਰ। ਰਾਮ ਦਾ ਦਾਸ ਕੌਣ ਹੈ? ਸੱਚ ਦੀ ਸੰਗਤ। ਰਾਮ ਦਾ ਦਾਸ ਕੌਣ ਹੈ? ਵਰਚਿਊਸ। ਰਾਮ ਦਾ ਦਾਸ ਕੌਣ ਹੈ? ਸੰਤ। ਸੰਤ ਮਤਲਬ ਚੰਗੇ ਗੁਣ, ਗੋਡਲੀ ਕੁਆਲਿਟੀਜ਼। ਸੁਰਤ ਸ਼ਬਦ ਮਨ ਮਾਨਾ ਉਹਦਾ ਸ਼ੁਰੂ ਹੋ ਜਾਂਦਾ ਹੈ। ਸੋ ਹੁਣ ਅਸੀਂ ਆਪਣੀ ਰਾਮਕਲੀ ਸਾਧ ਦੇ ਪਹਿਲੇ ਪਦੇ ਨੂੰ ਵਿਚਾਰਨ ਲੱਗਿਆ। ਜਗ ਦਾਤਾ ਸੋਏ ਭਗਤ ਵਛਲ ਤੇ ਲੋਏ ਜੀਓ। ਤੇ ਹੁੰਦਾ ਤਿੰਨ ਲੋਕ ਕਿਹੜੇ ਨੇ? ਤੀਨ ਭਵਨ ਕੌਣ ਨੇ? ਰਜੋ ਤਮੋ ਸਤੋ। ਇਹਨਾਂ ਦੇ ਬਾਰੇ ਮੈਨੂੰ ਨੌਲੇਜ ਨਹੀਂ ਹੈ, ਮੈਂ ਇਹਨਾਂ ਤੋਂ ਅੱਗੇ ਕੀ ਜਾਵਾਂ। ਮੈਂ ਇਹਨਾਂ 'ਚ ਹੀ ਫਸਿਆ ਰਹਿੰਦਾ। ਮੈਨੂੰ ਰਜਗੁਣ, ਤਮਗੁਣ, ਸਤਗੁਣ ਸਤਾਉਂਦੇ ਨੇ। ਇਹ ਤੀਨ ਰੋਗ ਹੁੰਦੇ ਨੇ। ਤੀਨ ਰੋਗ ਨੂੰ ਹੇਤ ਰੋਗ ਕਹਿੰਦੇ ਨੇ। ਹੇਤ ਰੋਗਾ ਸਗਲ ਸੰਸਾਰਾ। ਜੋ ਜੋ ਦਿਸੈ ਸੋ ਰੋਗੀ ਕੌਣ ਹੈ? ਮਨੁੱਖ। ਇਹਨਾਂ ਰੋਗਾਂ 'ਚ ਹੀ ਫਸੇ ਹੋਏ ਨੇ। ਰਜੋ ਗੁਣ ਦੂਜਿਆਂ ਨੂੰ ਡੋਮੀਨੇਟ ਕਰਨ ਦੀ ਅਵਸਥਾ। ਤਮੋ ਗੁਣ ਸਾਰੇ ਨੈਗੇਟਿਵ ਖਿਆਲ। ਸਤੋ ਗੁਣ ਮੈਂ ਬੜਾ ਸੱਚਾ ਹਾਂ, ਮੈਂ ਬਹੁਤ ਸ਼ਰੀਫ ਹਾਂ। ਜਦੋਂ ਇਹ ਹੰਕਾਰ ਹੋ ਜਾਣਾ, ਮੈਂ ਬੜਾ ਸੱਚਾ ਹਾਂ, ਮੈਂ ਬਹੁਤ ਸ਼ਰੀਫ ਹਾਂ, ਤਾਂ ਅਸੀਂ ਦੂਜਿਆਂ ਨੂੰ ਜੀਣ ਨਹੀਂ ਦਿੰਦੇ ਹਾਂ। ਦੂਜਿਆਂ ਨੂੰ ਬੁਰਾ ਭਲਾ ਕਹਿੰਦੇ ਹਾਂ, ਦੂਜਿਆਂ ਦੀ ਨਿੰਦਾ ਕਰਦੇ ਹਾਂ, ਦੂਜਿਆਂ ਨੂੰ ਲੈਟ ਡਾਊਨ ਕਰਦੇ ਹਾਂ, ਦੂਜਿਆਂ ਨੂੰ ਬੇਇੱਜ਼ਤ ਕਰਦੇ ਹਾਂ। ਇਹ ਆਪਣੇ ਆਪ ਨੂੰ ਸੱਚਾ ਹੋਣ ਦਾ ਭਰਮ ਪੈ ਜਾਂਦਾ ਹੈ। ਤਿੰਨ ਰੋਗ ਹੁੰਦੇ ਨੇ। ਜਦੋਂ ਤੱਕ ਕਹਿੰਦੇ ਤਿੰਨਾਂ ਰੋਗਾਂ ਤੋਂ ਅੱਗੇ ਨਾ ਜਾਈਏ ਤਾਂ ਚੌਥਾ ਪਦ ਕਿੱਥੋਂ ਮਿਲੇ? ਕਾਹੇ ਰੇ ਮਨ ਚਿਤਵੈ ਉਦਮ ਜਾਂ ਆਰ ਹਰ ਜਿਉ ਭਰਿਆ, ਸੈਲ ਪੱਥਰ ਮਜਨ ਤੂੰ ਪਾਏ ਤਾਂ ਕਰ ਰਿਜ਼ਕ ਕਾਗੇ ਕਰ ਧਰਿਆ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ। ਤਰ ਜਾਣਾ ਮਤਲਬ ਕੀ ਹੁੰਦਾ? ਗੁਰ ਪ੍ਰਸਾਦ ਪਰਮ ਪਦ ਪਾਇਆ। ਪਰਮ ਪਦ ਕੀ ਹੈ? ਤਿੰਨਾਂ ਰੋਗਾਂ ਤੋਂ ਉੱਪਰ ਹੋ ਗਏ। ਪਰਮ ਪਦ ਨੂੰ ਚੌਥਾ ਪਦ ਕਹਿੰਦੇ ਨੇ। ਪਰਮ ਪਦ ਨੂੰ ਤੁਰੀਆ ਅਵਸਥਾ ਕਹਿੰਦੇ ਨੇ। ਪਰਮ ਪਦ ਨੂੰ ਨਿਰਵਾਣ ਪਦ ਕਹਿੰਦੇ ਨੇ। ਵੈਰੀ ਵੈਰੀ ਸਿੰਪਲ, ਵੈਰੀ ਵੈਰੀ ਈਜ਼ੀ ਕਿ ਇਹਨਾਂ ਤਿੰਨਾਂ ਰੋਗਾਂ ਤੋਂ ਛੁੱਟ ਕੇ ਚੌਥੇ ਰੋਗ ਤੱਕ ਜਾਣਾ। ਚੌਥੇ ਪਦ ਮੈਂ ਜੋ ਨਰ ਚੀਨੈ। ਸੋ ਗੁਰੂ ਪਾਤਸ਼ਾਹ ਕਹਿੰਦੇ ਨੇ ਜਗ ਦਾਤਾ, ਮੇਰੇ ਸੋਚਨੀ ਦਾ ਦਾਤਾ ਰੱਬ ਜੀ ਨੇ। ਜਦੋਂ ਅਸੀਂ ਜਪਜੀ ਸਾਹਿਬ ਪੜ੍ਹਿਆ ਸੀ, ਅਸੀਂ ਪੜ੍ਹਿਆ ਸੀ ਦੇਂਦਾ ਦੇ ਲੈਂਦੇ ਥੱਕ ਪਾਏ। ਰੱਬ ਜੀ ਕੀ ਦਿੰਦੇ ਨੇ? ਸੁਮਤ ਦਿੰਦੇ ਨੇ। ਸੁਮਤ ਦੇ ਚੰਗੇ ਚੰਗੇ ਗੁਣ ਦਿੰਦੇ ਨੇ। ਦੇਂਦਾ ਦੇ ਲੈਂਦੇ, ਜੋ ਲੈਂਦਾ ਹੈ ਥੱਕ ਪਾਏ ਮਤਲਬ ਉਹ ਟਾਇਰਡ ਨਹੀਂ ਹੋ ਜਾਂਦਾ। ਥੱਕ ਪਾਏ ਦਾ ਮਤਲਬ ਹੁੰਦਾ ਉਹ ਟਿਕ ਜਾਂਦਾ ਹੈ, ਸਟੇਬਲ ਹੋ ਜਾਂਦਾ ਹੈ। ਦੇਂਦਾ ਦੇ ਲੈਂਦੇ ਥੱਕ ਪਾਏ। ਜੁਗਾ ਜੁਗੰਤਰ ਉਹ ਆਪਣੇ ਥਾਟ ਪ੍ਰੋਸੈਸਿਸ ਹਮੇਸ਼ਾ ਖਾਏ ਸਤਿਗੁਰ ਦੀ ਮੱਤ ਦਾ ਦਿੱਤਾ ਸੰਤੋਖੀ ਭੋਜਨ ਖਾਂਦਾ ਹੈ, ਹੰਡਾਉਂਦਾ ਹੈ। ਲੋਕੀ ਪੁੱਤਰ ਨੂੰ ਜਾਂ ਕਾਰ ਨੂੰ ਜਾਂ ਮਕਾਨ ਨੂੰ ਰੱਬ ਜੀ ਦੀ ਦਾਤ ਕਹਿੰਦੇ ਨੇ। ਇਹਨਾਂ ਨੂੰ ਖਾਂਦਾ ਕੋਈ ਨਹੀਂ ਹੈ। ਨਾ ਕੋਈ ਪੁੱਤਰ ਖਾਂਦਾ, ਨਾ ਕਾਰ ਖਾਂਦਾ, ਨਾ ਮਕਾਨ ਖਾਂਦਾ ਹੈ। ਗੁਰਬਾਣੀ 'ਚ ਪੜਾਂਗੇ ਰੱਬ ਜੀ ਦੀ ਦਾਤ ਹੈ। ਰੱਬ ਜੀ ਸੁਮਤ ਬਖਸ਼ਦੇ ਨੇ। ਰੱਬ ਜੀ ਸੰਤੋਖੀ ਭੋਜਨ ਦਿੰਦੇ ਨੇ। ਰੱਬ ਜੀ ਦਇਆ, ਧਰਮ, ਹਿੰਮਤ, ਇਹ ਸਾਰੇ ਚੰਗੇ ਚੰਗੇ ਗੁਣ ਸਿਖਾਉਂਦੇ ਨੇ। ਇਹ ਰੱਬ ਜੀ ਦੀ ਦਾਤ ਹੈ। ਰੱਬ ਜੀ ਦੀ ਦਾਤ ਵਿੱਚ ਰੱਬ ਜੀ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸਿਖਾਉਂਦੇ ਨੇ। ਮੱਤ ਵਿੱਚ ਰਤਨ ਜਵਾਹਰ ਮਾਣਿਕ, ਇਹ ਰੱਬ ਜੀ ਦੀ ਦਾਤ ਹੈ। ਇਸ ਦਾਤ ਨੂੰ ਬਖਸ਼ਦੇ ਨੇ। ਜਗ ਦਾਤਾ ਸੋਏ ਕੌਣ ਹੈ? ਰੱਬ ਜੀ। ਜਗ ਦਾਤਾ ਸੋਏ ਭਗਤ ਵਛਲ ਤੇ ਲੋਏ ਜੀਓ। ਭਗਤ ਵਛਲ ਕਿਹਨੂੰ ਕਹਿੰਦੇ ਨੇ? ਰੱਬ ਜੀ ਨੂੰ ਕਹਿੰਦੇ ਨੇ। ਮਨ ਭਗਤ ਵਛਲ ਬਣ ਜਾਂਦਾ ਹੈ। ਕਿਹੜਾ ਮਨ ਬਣ ਜਾਂਦਾ ਹੈ? ਜਿਹੜਾ ਮਨ ਪਹਿਲਾ ਵੱਛਾ ਬਣਿਆ। ਭਗਤ ਵਛਲ ਟਰਮ ਹੈ ਰੱਬ ਜੀ ਵਾਸਤੇ। ਪਰ ਜਿਹੜਾ ਮਨ ਵੱਛਾ ਬਣਿਆ, ਭਗਤ ਬਣਿਆ, ਭਗਤ ਅਵਸਥਾ 'ਚ ਆਇਆ, ਉਸਨੇ ਰੱਬ ਜੀ ਕੋਲੋਂ ਵੱਛਾ ਬਣ ਕੇ ਰੱਬ ਜੀ ਦੀ ਮੱਤ ਵਿਜ਼ਡਮ ਦਾ ਦੁੱਧ ਮੰਗਿਆ। ਜੇ ਅਸੀਂ ਰੱਬ ਜੀ ਦੀ ਮੱਤ ਦਾ ਦੁੱਧ ਨਾ ਮੰਗੀਏ ਤਾਂ ਉਹਨੂੰ ਕਹਿੰਦੇ ਨੇ ਗਾਂ ਮਰ ਗਈ ਹੈ, ਮੱਤ ਮਰ ਗਈ ਹੈ। ਮਰੀ ਹੋਈ ਗਾਏ दूध नहीं देती है। ਸੋ ਸਾਡੀ ਜੀਵਨ ਜਾਚ ਦਾ ਖਜ਼ਾਨਾ ਵੋਲਿਊਮ 1 ਦੇ ਅੰਦਰ ਅਸੀਂ 16ਵਾਂ ਸ਼ਬਦ ਡਿਸਕਸ ਕੀਤਾ, ਨਾਮਦੇਵ ਜੀ ਦਾ। ਮੁਈ ਗਊ ਦਿਓ ਜੀਵਾਏ।
मेरी गाय मर गई है, मेरे को सच की मत का दूध नहीं देती है, भगवान जी इसको जिंदा करो, मेरी अंदर की गाय को। कौन कह रहा? मन। मन की चाहता है? मैं बच्चा हाँ, मैनू दुध चाहिए। डिमांड, रिक्वेस्ट, बेनती, जाचना, मेरी मरी हुई गाय को जिवा दो। ਅਸੀਂ ਆਮ ਤੌਰ ਤੇ ਘਰਾਂ ਵਿੱਚ ਕੀ ਕਹਿੰਦੇ ਆ? ਉਹ ਤੇਰੀ ਅਕਲ ਮਾਰੀ ਗਈ ਹੈ, तेरी मत मारी गई है। यस, अक्ल मारी गई है, मत मारी गई है, गाय मर गई है, तभी तेरे को चंगे गुणों का दूध नहीं आ रहा है, विजडम का दूध, ਅੰਮ੍ਰਿਤ ਤੈਨੂੰ ਨਹੀਂ ਆ ਰਿਹਾ। ਉਹਨੂੰ ਕਹਿੰਦੇ ਨੇ ਭਗਤ ਵਛਲ। ਰੱਬ ਜੀ ਜਿਹੜਾ ਡਿਮਾਂਡ ਕਰਦਾ ਹੈ ਨਾ, ਨਿਮਰਤਾ ਨਾਲ ਬੇਨਤੀ ਕਰਦਾ ਹੈ, ਮੇਰੀ ਮੰਗ ਹੈ ਮੈਨੂੰ ਦੁੱਧ ਦਿਓ, ਉਹਨੂੰ ਉਸ ਬੱਚੇ ਨੂੰ ਦੁੱਧ ਦੇ ਦਿੰਦੇ ਨੇ, ਗਾਂ ਬਣ ਕੇ, ਮਾਂ ਬਣ ਕੇ। ਮਾਂ ਬਣ ਕੇ ਜਦੋਂ ਉਹਨੂੰ ਦੁੱਧ ਦਿੰਦੇ ਨੇ ਨਾ, ਰੱਬ ਜੀ ਦੇ ਇਸ ਗੁਣ ਨੂੰ ਭਗਤ ਵਛਲ ਕਹਿੰਦੇ ਨੇ। ਜਗ ਦਾਤਾ ਸੋਏ, ਰੱਬ ਜੀ ਮੇਰੇ ਥਾਟ ਪ੍ਰੋਸੈਸ ਦੇ ਦਾਤੇ ਨੇ। ਸੋਏ ਭਗਤ ਵਛਲ ਤੇ ਲੋਏ ਜੀਓ, ਮਨੂੰ ਸੁਮਤ ਬਖਸ਼ਦੇ ਨੇ, ਮਨੂੰ ਤਿੰਨਾਂ ਰੋਗਾਂ ਦਾ। ਮਨ ਭਗਤ ਨੂੰ ਵਿਜ਼ਡਮ ਦਾ ਦੁੱਧ ਪਿਲਾ ਕੇ ਤਿੰਨਾਂ ਭਵਨਾਂ ਰਜੋ ਤਮੋ ਸਤੋ ਬਾਰੇ ਚਾਨਣ ਲੋਏ ਕਰਾ ਦਿੰਦੇ ਨੇ, ਚਾਨਣ ਕਰਾ ਦਿੰਦੇ ਨੇ, ਸਮਝਾ ਦਿੰਦੇ ਨੇ। ਕਿਉਂਕਿ ਇਸ ਜਗ ਦੇ ਦਾਤੇ ਰੱਬ ਜੀ ਹਨ, ਰੱਬ ਜੀ ਅੰਦਰ ਰਹਿੰਦੇ ਨੇ। ਗੁਰ ਸ਼ਬਦ ਸਮਾਵੇ ਅਵਰ ਨਾ ਜਾਣੇ ਕੋਈ ਜੀਓ। ਮਨ ਗੁਰ ਸ਼ਬਦ ਵਿੱਚ ਸਮਾ ਜਾਂਦਾ ਹੈ, ਇੱਕ ਮਿਕ ਹੋ ਜਾਂਦਾ ਹੈ। ਸਾਧ ਸੰਗਤ ਜੀ, ਜਿਤਨੀ 3 ਦਿਨਾਂ ਵਿੱਚ ਅਸੀਂ ਗੱਲਾਂ ਕੀਤੀਆਂ ਨਾ, ਉਹ ਸਾਰੀਆਂ ਹੁਣ ਕੰਮ ਆਣ ਗਈਆਂ। ਔਰ ਅਸੀਂ ਕੁਇਕ ਆਪਣੇ ਮਾਰਗ 'ਤੇ ਟੁਰ ਪਾਵਾਂਗੇ ਕਿ ਮੈਸੇਜ ਹੈ ਕੀ ਹੈ ਦਰਅਸਲ। ਗੁਰ ਸ਼ਬਦ, ਸ਼ਬਦ ਦੇ ਦੱਦੇ ਨੂੰ ਸਿਆਰੀ ਹੈ, ਸ਼ਬਦ ਦੇ ਵਿੱਚ ਮੀਨਸ ਸ਼ਬਦ ਦੇ ਨਾਲ ਸਮਾ ਜਾਂਦਾ ਹੈ। ਗੁਰ ਸ਼ਬਦ ਸਮਾਵੇ ਅਵਰ ਨਾ ਜਾਣੇ ਕੋਈ ਜੀਓ। ਅਵਰ ਪਤਾ ਕਿਹਨੂੰ ਕਹਿੰਦੇ ਨੇ? ਮੰਦੇ ਖਿਆਲਾਂ ਨੂੰ ਅਵਰ ਕਹਿੰਦੇ ਨੇ। ਆਨ, ਅਵਰ, ਅਵਰਾ, ਜਮ ਨੂੰ, ਮੰਦੇ ਖਿਆਲਾਂ ਨੂੰ, ਡੀਮਨ ਥਾਟਸ ਨੂੰ, ਭੈੜੇ ਖਿਆਲਾਂ ਨੂੰ। ਜਦੋਂ ਸਾਡੇ ਘਰਾਂ ਵਿੱਚ ਮੰਮੀ ਪਾਪਾ ਜਾਂ ਸਾਡੇ ਵੱਡੇ ਭੈਣ ਭਰਾ ਕੋਈ ਚੰਗੀ ਮੱਤ ਦੇਣ, ਸਾਡਾ ਧੀਆਂ ਪੁੱਤਰ ਨਾ ਮੰਨੇ, ਤਾਂ ਅਸੀਂ ਪਤਾ ਕੀ ਕਹਿੰਦੇ ਆ? ਇਹ ਹੋਰਾਂ ਦੀ ਸੁਣਦਾ ਹੈ। ਹੋਰਾਂ ਕਿਹਨੂੰ ਕਹਿੰਦੇ ਨੇ? ਹੋਰ, ਅਵਰ। ਹੋਰਾਂ ਦੀ ਸੁਣ ਕੇ ਸਿੱਧੀ ਗੱਲ ਤੇ ਨਹੀਂ ਆਉਂਦਾ, ਪੁੱਠੇ ਰਾਹ ਟੁਰ ਪਿਆ। ਇਹਦਾ ਮਤਲਬ ਅਵਰ, ਆਨ, ਸਭ ਕੁਛ ਜਮ ਨੂੰ ਕਹਿੰਦੇ ਨੇ, ਮੰਦੇ ਖਿਆਲਾਂ ਨੂੰ ਕਹਿੰਦੇ ਨੇ। ਅਸੀਂ ਕੁਸੰਗਤ ਜਿੱਥੋਂ ਕਰਦੇ ਹਾਂ, ਜਿੱਥੋਂ ਭੈੜੀ ਮੱਤ ਲੈਂਦੇ ਹਾਂ, ਉਸ ਭੈੜੀ ਮੱਤ ਨੂੰ ਨਾ ਲੈਣਾ। ਮਾਏ ਮੁੰਡੋ ਤੈ ਗੁਰੂ ਕੀ, ਉਹ ਲਿੰਕ ਨੂੰ ਕੱਟ ਦੇਣਾ। ਪਰ ਜੇ ਉਹ ਲਿੰਕ ਜੁੜਿਆ ਰਹੇ ਤਾਂ ਅਸੀਂ ਅਵਰ ਨਾਲ ਜੁੜੇ ਹੋਏ ਹਾਂ। ਜਿਹੜਾ ਗੁਰ ਸ਼ਬਦ ਵੀ ਨਾਲ ਇੱਕ ਮਿਕ ਹੋ ਜਾਂਦਾ ਹੈ, ਅਵਰ ਨਾ ਜਾਣੇ ਕੋਈ ਜੀਓ, ਉਹ ਜੰਮ ਬਿਰਤੀਆਂ ਦੇ ਖਿਆਲ ਨਹੀਂ ਲੈਂਦਾ ਹੈ। ਮੈਂ ਇੱਕ ਵਾਰੀ ਐਗਜ਼ਾਮਪਲ ਪੇਸ਼ ਕੀਤੀ ਸੀ, ਭਾਵੇਂ ਟਾਈਟ ਟਾਈਮ ਹੈ, ਮੈਨੂੰ ਅੱਜ ਪਹਿਲਾ ਪਦਾ ਕੰਪਲੀਟ ਜ਼ਰੂਰ ਕਰਨਾ ਹੈ ਮੇਰੇ ਸਕੈਜੂਲ ਮੁਤਾਬਕ, ਕਿ ਇੱਕ ਬੱਚੀ ਨੇ ਮੈਨੂੰ ਸਾਂਝ ਕੀਤੀ, ਵੀਰ ਜੀ ਮੈਂ ਜਦੋਂ ਤੱਕ 12ਵੀਂ ਕਲਾਸ ਤੱਕ ਪੜ੍ਹਦੀ ਸੀ ਮੈਂ ਠੀਕ ਠਾਕ ਸੀ। ਮੈਂ ਕਿਹਾ ਅੱਛਾ ਫਿਰ ਕੀ ਹੋ ਗਿਆ? ਕਹਿੰਦੀ ਉਸ ਤੋਂ ਬਾਅਦ ਪਤਾ ਕੀ ਹੋਇਆ, ਮੈਂ ਬੜੀ ਡਿਸਟਰਬ ਰਹਿੰਦੀ ਹਾਂ। ਮੈਂ ਕਿਹਾ ਕੀ ਹੋਇਆ? ਕਹਿੰਦੀ ਜਦੋਂ ਮੈਂ ਕਾਲਜ ਗਈ ਨਾ ਤਾਂ ਕੁੜੀਆਂ ਮੈਨੂੰ ਕਹਿੰਦੀ ਲੈ ਆਈਬਰੋ ਨਹੀਂ ਤੂੰ ਕੱਟਤੀ, ਵਾਹ ਸਿਰ पे ਪੱਲਾ ਕਰਕੇ ਆ ਗਈ ਹੈ, ਗਿਆਨਣ ਹੈ ਕਿਆ? ਕਹਿੰਦੀ ਮੈਂ ਪੱਲਾ ਕਰਕੇ ਗਈ, ਨਹੀਂ ਮੈਂ ਪੱਲਾ ਨਹੀਂ ਉਤਾरूंगी। ਉਹ ਮੈਨੂੰ ਕਹਿਣ ਲੈ ਤੂੰ ਅਸ਼ਲੀਲ ਕੱਪੜੇ ਨਹੀਂ ਪਹਿਨਤੀ, ਲੈ ਭੈਣ ਜੀ ਬਣ ਗਈ ਹੈ। ਕਹਿੰਦੀ ਵੀਰ ਜੀ ਮੈਂ ਬੜੀ ਡਿਸਟਰਬ ਹੁੰਦੀ ਸੀ ਪਰ ਮੈਂ ਟਿਕੀ ਰਹੀ, ਕਿਉਂਕਿ ਮੈਂ ਖੰਡੇ ਕੀ ਪੌਲ ਛਕੀ ਹੋਈ ਸੀ। ਮੈਂ ਆਪਣੇ ਕਰੈਕਟਰ 'ਤੇ ਟਿਕੀ ਰਹੀ। ਮੈਂ ਨਾ ਅਸ਼ਲੀਲ ਕੱਪੜੇ ਪਾਏ, ਨਾ ਮੈਂ ਰੋਮਾਂ ਦੀ ਬੇਦਬੀ ਕੀਤੀ, ਨਾ ਮੈਂ ਸਿਰ ਤੋਂ ਪੱਲਾ ਲਾਇਆ। ਪਰ ਜਿਹੜੀ ਇੱਕ ਦੂਜੇ ਦੀ ਸੁਣ ਲਵੇ, ਉਸਨੇ ਅਵਰ ਦੀ ਗੱਲ ਸੁਣ ਲਈ, ਉਹਨੇ ਜਮ ਮਤ ਸੁਣ ਲਈ ਔਰ ਉਹਨੇ ਗਲਤ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਸਾਡਾ ਬੱਚਾ ਕਿਸੇ ਮਨੁੱਖ ਕੋਲ ਨਹੀਂ ਜਾਂਦਾ, ਟੀਵੀ ਤੋਂ ਮੰਦੇ ਖਿਆਲ ਦੇਖਦਾ ਹੈ, ਟੀਵੀ ਤੋਂ ਮੰਦੇ ਡਾਂਸ ਦੇਖਦਾ ਹੈ, ਟੀਵੀ ਤੋਂ ਮੰਦੇ ਕੱਪੜੇ ਦੇਖਦਾ ਹੈ ਔਰ ਉਹ ਪਾਣੇ ਸ਼ੁਰੂ ਕਰ ਦਿੰਦਾ ਹੈ। ਟੀਵੀ 'ਤੇ ਦੇਖਦਾ 9ਵੀਂ 10ਵੀਂ 11ਵੀਂ 12ਵੀਂ ਵਾਲੇ ਮੁੰਡੇ ਸ਼ਰਾਬਾਂ ਪੀਂਦੇ ਨੇ ਸਕੂਲਾਂ ਵਿੱਚ, ਉਹ ਵੀ ਸ਼ੁਰੂ ਕਰ ਦਿੰਦਾ, ਪਤਾ ਹੀ ਨਹੀਂ ਲੱਗਦਾ। ਗੁਰ ਸ਼ਬਦ ਸਮਾਵੇ ਅਵਰ ਨਾ ਜਾਣੈ ਕੋਈ ਜੀਓ, ਅਵਰੋਂ ਨਾ ਜਾਣੈ ਸ਼ਬਦ ਗੁਰ ਕੈ ਏਕ ਨਾਮ ਤੇ ਆਵੇ। ਜਿਸ ਮਨ ਦੀ ਅਵਸਥਾ ਬਣ ਗਈ, ਉਹਨੇ ਸੱਦਾ ਲੈਣਾ ਸ਼ੁਰੂ ਕੀਤਾ, ਉਹ ਇੱਕ ਨਾਲ ਜੁੜ ਗਿਆ, ਉਹ ਇੱਧਰ ਉੱਧਰ ਦੀ ਕੋਈ ਭੈੜੀ ਗੱਲ ਨਹੀਂ ਸੁਣਦਾ।
ਉਹ ਲੋਕਾਂ ਦੀ ਸੁਣ ਕੇ ਪੁੱਤਰ ਦਾ ਦਾਜ ਨਹੀਂ ਲੈਂਦਾ, ਉਹ ਲੋਕਾਂ ਦੀ ਸੁਣ ਕੇ ਆਪਣੇ ਧੀਆਂ ਪੁੱਤਰਾਂ ਦੇ ਵਿਆਹ 'ਤੇ ਸ਼ਰਾਬ ਨਹੀਂ ਵਰਤਾਉਂਦਾ। ਹੁਣ ਤੇ ਮੈਂ ਸੁਣਿਆ ਲੋਕੀ ਧੀਆਂ ਪੁੱਤਰ ਦੀ ਸ਼ਰਾਬ ਤੋਂ ਇਲਾਵਾ ਲੋਹੜੀ 'ਤੇ ਵੀ ਸ਼ਰਾਬ ਵਰਤਾਉਣ ਲੱਗ ਪਏ ਨੇ। ਨਹੀਂ, ਕਾਕੇ ਦੀ ਪਹਿਲੀ ਲੋਹੜੀ ਹੈ, ਸਾਡੀ ਨੂੰਹ ਦੀ ਪਹਿਲੀ ਲੋਹੜੀ ਹੈ, ਘਰ ਪੋਤਰਾ ਪਹਿਲਾਂ ਜੰਮਿਆ ਹੈ, ਕੋਈ ਨਾ ਕੋਈ ਬਹਾਨਾ ਲਾ ਕੇ ਲੋਕਾਂ ਨੂੰ ਦੇਖ ਕੇ ਲੋਕ ਅਗੁਣਾ ਕੀ ਬੰਨਿਆ ਗੰਠੜੀ, ਗੁਣਾ ਵਿਆਜਾ ਕੋਏ, ਅਸੀਂ ਲੋਕਾਂ ਨੂੰ ਫਾਲੋ ਕਰਨਾ ਚਾਹੀਦਾ। ਪਰ ਗੁਰੂ ਸਾਹਿਬ ਕਹਿੰਦੇ ਨੇ ਜਿਹੜਾ ਜੀਂਦੇ ਜੀ ਇੱਕ ਮਿੱਕ ਦੀ ਰਾਹ 'ਤੇ ਟੁਰਦਾ ਹੈ, ਅਵਰੋਂ ਨਾ ਜਾਣਾ ਸ਼ਬਦ ਗੁਰ ਕੈ ਏਕ ਨਾਮ ਤੇ ਆਵੇ, ਪ੍ਰਸਾਦ ਨਾਨਕ ਗੁਰ ਅੰਗਦ ਪਰਮ ਪਦਵੀ ਪਾਵੇ। ਮੈਂ ਦੇਖ ਕੇ ਹੈਰਾਨ ਹੋ ਰਿਹਾ ਸੀ ਕਿ ਨਾਨਕ ਅਤੇ ਅੰਗਦ ਇਹ ਲਫ਼ਜ਼ਾਂ ਦੇ ਭਾਵ ਅਰਥ ਕੀ ਨੇ। ਇੱਕ ਤਾਂ ਅਸੀਂ ਇਤਿਹਾਸ ਜਾਣਦੇ ਹਾਂ, ਇਸ ਤੋਂ ਇਲਾਵਾ ਇਹਨਾਂ ਦੇ ਭਾਵ ਅਰਥ ਅਦਵੈਤ ਅਵਸਥਾ 'ਚ ਜੋ ਗਿਆਨ ਵਿਜ਼ਡਮ ਦਾ ਪ੍ਰਸਾਦ ਮਿਲਦਾ ਹੈ, ਉਹ ਨਾਨਕ ਗੁਰੂ ਦਾ ਅੰਗ ਹੋ ਜਾਂਦਾ ਹੈ। ਗੁਰੂ ਦਾ ਅੰਗ ਹੋ ਜਾਣ ਦੀ ਮਨ ਦੀ ਉਸ ਅਵਸਥਾ ਨੂੰ ਕਹਿੰਦੇ ਨੇ ਪ੍ਰਭ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ। ਜੋ ਸਤਿਗੁਰ ਦੀ ਮੱਤ ਲੈ ਕੇ ਚੰਗੇ ਚੰਗੇ ਗੁਣ ਲੈਂਦਾ ਹੈ ਨਾ, ਉਹ ਚੰਗੇ ਗੁਣਾਂ ਦਾ ਸ਼ਿੰਗਾਰ ਕਰਦਾ ਹੈ। ਚੰਗੇ ਗੁਣਾਂ ਦੇ ਸ਼ਿੰਗਾਰ ਦੀ ਅਵਸਥਾ ਨੂੰ ਅੰਗਦ ਕਹਿੰਦੇ ਨੇ। ਅਦਵੈਤ ਅਵਸਥਾ ਨਾਨਕ ਗੁਰੂ ਅੰਗਦ ਪਦਵੀ ਪਾਵੇ। ਮਨ ਡੁਐਲਿਟੀ ਦੀ ਅਵਸਥਾ ਤੋਂ ਛੁੱਟਿਆ ਹੋਇਆ ਅਦਵੈਤ ਅਵਸਥਾ ਵਾਲਾ ਮਨ ਅੰਗਦ ਪਦਵੀ ਪ੍ਰਾਪਤ ਕਰਦਾ ਹੈ। ਉਸ ਨੂੰ ਅਦਵੈਤ ਅਵਸਥਾ ਪ੍ਰਾਪਤ ਹੋਈ, ਇਹ ਲਹਿਣਾ ਤੋਂ ਅੰਗਦ ਹੋ ਗਿਆ। ਪਰਮ ਪਦਵੀ ਤਿੰਨਾਂ ਰੋਗਾਂ ਦੀ ਅਵੇਅਰਨੈਸ ਹੋ ਗਈ। ਮਨ ਅਦਵੈਤ ਹੋ ਕੇ ਵਰਚੂਜ਼ ਦੇ ਨਾਲ ਸ਼ਿੰਗਾਰਿਆ ਗਿਆ। ਤਿੰਨਾਂ ਰੋਗਾਂ ਤੋਂ ਉੱਪਰ ਉੱਠਣ ਹੋਣ ਦੀ ਪਰਮ ਪਦਵੀ ਮਿਲੀ। ਆਇਆ ਹਕਾਰਾ ਚੱਲਣ ਵਾਰਾ। ਹਕਾਰਾ ਕਹਿੰਦੇ ਨੇ ਸੱਚ ਦਾ ਸੁਨੇਹਾ ਦੇਣ ਵਾਲਾ। ਸੁਨੇਹਾ ਆਇਆ, ਘਰ ਘਰ ਇਹੋ ਪਹੁੰਚਾ, ਸੱਦੜੇ ਨਿਤ ਪਵਨ ਵਾਲਾ ਸੁਨੇਹਾ ਆਇਆ। ਆਇਆ ਹਕਾਰਾ ਚੱਲਣ ਵਾਰਾ, ਹਰ ਰਾਮ ਨਾਮ ਸਮਾਇਆ। ਗੁਰੂ ਦਾ ਗਿਆਨ ਦਾ ਸੁਨੇਹਾ ਸੁਣ ਕੇ ਰਾਮ ਨਾਮ 'ਚ ਸਮਾ ਜਾਂਦਾ ਹੈ। ਰਾਮ ਨਾਮ 'ਚ ਸਮਾਣਾ ਕੀ ਹੁੰਦਾ ਹੈ? ਵਿਜ਼ਡਮ ਦੇ ਨਾਲ ਇਕਮਿਕ ਹੋਣਾ। ਅਸੀਂ ਪੌੜੀ ਪੜ੍ਹਦੇ ਸੀ, ਨਦਰ ਕਰਹਿ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹਦੇ ਅਰਥ ਸਮਝਦੇ ਸੀ, ਰੱਬ ਜੀ ਤੁਸੀਂ ਜੇ ਆਪਣੀ ਨਦਰ ਕਰੋਗੇ ਤਾਂ ਸਤਿਗੁਰ ਮਿਲੇਗਾ। ਐਸਕੇਪਿਜ਼ਮ, ਆਪਣੇ ਆਪ ਨੂੰ ਸੱਚ ਤੋਂ ਛੁਡਾ ਲਿਆ, ਗਲਤ ਰਸਤੇ 'ਤੇ ਟੁਰਨਾ ਛੁਡਾਉਣ ਵਾਸਤੇ। ਪਰ ਸਤਿਗੁਰ ਜੀ ਕਹਿ ਰਹੇ ਨੇ, ਆਪਣੀ ਮੈਨੂੰ ਕਹਿ ਰਹੇ ਨੇ। ਨਦਰ ਹੁੰਦਾ ਸੋਚਣੀ ਦਾ ਢੰਗ, ਨਦਰ ਹੁੰਦਾ ਪੈਰਾਡਿਮ, ਨਦਰ ਹੁੰਦਾ ਮੇਰਾ ਸੋਚਣੀ ਦਾ ਥਾਟ ਪ੍ਰੋਸੈਸ, ਦਾ ਵੇ ਆਈ ਥਿੰਕ, ਉਹਨੂੰ ਨਦਰ ਕਹਿੰਦੇ ਨੇ। ਨਦਰ ਕਰੈ ਜੇ ਆਪਣੀ, ਓਏ ਭੁਪਿੰਦਰ ਸਿੰਘ, ਜੇ ਤੂੰ ਆਪਣੀ ਮੱਤ ਨੂੰ ਸਤਿਗੁਰ ਦੀ ਮੱਤ ਦੇ ਅਲਾਈਨ ਕਰੇ ਤਾਂ ਨਦਰੀ ਸਤਿਗੁਰ ਪਾਇਆ। ਵੀ ਸਤਿਗੁਰੂ ਜੋ ਕਹਿੰਦਾ, ਤੂੰ ਆਪਣੀ ਓਪੀਨੀਅਨ ਨਾ ਥੋਪ। ਗੁਰੂ ਜੀ ਜੋ ਕਹਿ ਰਹੇ ਨੇ, ਬਾਣੀ ਜੋ ਸਿਖਾ ਰਹੀ ਹੈ, ਉਹਦੇ ਅਲਾਈਨ ਹੋ। ਪਰ ਤੇਰਾ ਕੀ ਬਣਿਆ ਹੋਇਆ? ਇਹ ਜੋ ਬਹੁਤੇ ਜਨਮ ਭਰਮਿਆ, ਬਹੁਤੇ ਜਨਮ ਭਰਮਿਆ ਦਾ ਮਤਲਬ ਜੀਂਦੇ ਜੀ, ਹੁਣੇ ਹੀ ਮੈਂ ਦਿਨ ਵਿੱਚ ਕੁੱਤਾ ਬਣਦਾ, ਬਿੱਲੀ ਬਣਦਾ, ਸੱਪ ਬਣਦਾ, ਜੀਭ ਦੀ ਲਾਲਚ ਵਿੱਚ ਮੱਛੀ ਬਣਦਾ, ਪਤਾ ਨਹੀਂ ਕਿਤਨਾ ਕੁਛ ਮੈਂ ਦਿਨ ਵਿੱਚ ਬਣਦਾ। ਇਹ ਜੀਵ ਬਹੁਤੇ ਜਨਮ ਭਰਮਿਆ, ਪਰ ਭਰਮਦੇ ਹੋਏ ਨੇ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਦਾ ਸ਼ਬਦ ਸੁਣਿਆ, ਜਦੋਂ ਉਸ ਨੂੰ ਅਸੀਂ ਸੁਣਦੇ ਹਾਂ, ਆਇਆ ਹਕਾਰਾ ਚੱਲਣ ਵਾਲਾ, ਹਰ ਰਾਮ ਨਾਮ ਸਮਾਇਆ, ਤਾਂ ਅਸੀਂ ਵਿਜ਼ਡਮ ਦੇ ਨਾਲ ਅਲਾਈਨ ਹੁੰਦੇ ਹਾਂ। ਗੁਰੂ ਦਾ ਗਿਆਨ ਸੁਣਿਆ, ਸੁਣ ਕੇ ਰਾਮ ਨਾਮ 'ਚ ਇਕਮਿਕ ਹੋਣਾ, ਲਗਾਤਾਰ ਹੁਕਮ ਰਜ਼ਾ ਪਾਣੇ ਦੇ ਅਲਾਈਨ ਹੋ ਜਾਣਾ। ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ। ਭਗਤ ਕੌਣ ਹੈ? ਕੋਈ ਮਨ ਜਿਹੜਾ ਇਸ ਪਾਸੇ ਟੁਰਿਆ ਹੈ। ਇਹੀ ਮਨ ਹਰ ਜਨ ਐਸਾ ਚਾਹੀਏ ਜੈਸਾ ਹਾਰੀ ਹੋਏ। ਇਹੀ ਮਨ ਜਿਹੜਾ ਆਪਣੇ ਸਾਰੇ ਸਰੀਰ ਨੂੰ ਸੁਨੇਹਾ ਦੇਣ ਵਾਲਾ ਸੁਨੇਹਾ ਰੱਬ ਜੀ ਕੋਲੋਂ ਲੈਂਦਾ ਹੈ। ਸਾਡੀ ਬਾਡੀ ਨੂੰ ਮਨ ਹੀ ਮੈਨੂਵਰ ਕਰਦਾ ਹੈ, ਪਰ ਮਨ ਕੀ ਮੱਤ ਦੇ ਨਾਲ, ਜਮਾ ਵਾਲੀ ਮੱਤ ਦੇ ਨਾਲ ਕਰਦਾ ਸੀ। ਹੁਣ ਸਤਿਗੁਰ ਦੀ ਮੱਤ ਲੈ ਕੇ ਟੋਰਿਆ। ਅਮਰ ਮਤਲਬ ਜੋ ਜੰਮਦਾ ਮਰਦਾ ਨਹੀਂ ਹੈ। ਅਟਲ ਜੋ ਡੋਲਦਾ ਨਹੀਂ ਹੈ, ਸਟੇਬਲ ਹੋ ਜਾਂਦਾ ਹੈ। ਦਿੰਦਾ ਦੇ ਲੈਂਦੇ ਥੱਕ ਪਾਏ, ਟਿਕ ਜਾਂਦਾ ਹੈ। ਠਾਕੁਰ ਮਤਲਬ ਜਿਸ ਦਾ ਉਰ ਠਾਕ ਕੇ ਰੱਖਣ ਵਾਲਾ, ਡੱਕੇ ਡੋਲੇ ਨਹੀਂ ਖਾਂਦਾ। ਮਨ ਭਗਤ ਅਵਸਥਾ 'ਚ ਅਮਰ ਅਟਲ ਅਤੋਲ ਹੋ ਜਾਂਦਾ ਹੈ।